ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਇਲੈਕਸ਼ਨ ਦੀ ਤਿਆਰੀ ਕਿਵੇਂ ਦੀ ਚੱਲ ਰਹੀ ਹੈ? 15 ਅਕਤੂਬਰ ਨੂੰ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ ਔਰ ਆਈ ਥਿੰਕ ਇਹ ਤਾਰੀਖ ਤਾਂ ਤੁਹਾਡੇ ਸਾਰੇ ਤੱਕ ਪਹੁੰਚ ਹੀ ਗਈ ਹੋਣੀ, ਪਰ ਸਰੀ ਦੀ ਚੋਣ ਦਾ ਜਿਹੜਾ ਅਖਾੜਾ ਹੈ ਉਹ ਕਾਫੀ ਜ਼ਿਆਦਾ ਭਖਦਾ ਜਾ ਰਿਹਾ ਹੈ। ਲੱਗਦਾ ਹੈ ਕਿ 15 ਅਕਤੂਬਰ ਤਾਂ ਬਹੁਤ ਦੂਰ ਹੈ, ਇੱਦਾਂ ਲੱਗ ਰਿਹਾ ਕਿ ਸ਼ਾਇਦ ਬਹੁਤ ਹੀ ਨਜ਼ਦੀਕ ਨੇ ਇਲੈਕਸ਼ਨ, ਜਾਂ ਮੰਨ ਲਓ 1 ਮਹੀਨੇ ਤੱਕ ਹੋਣ ਵਾਲੀਆਂ ਨੇ, ਜਿਹੜੇ ਕਿ ਹਲਚਲ ਜਿੰਨੀ ਮਚੀ ਹੋਈ ਹੈ। ਇਸ ਵੇਲੇ ਬਹੁਤ ਸਾਰੇ ਨਵੇਂ ਚਿਹਰੇ, ਕਈਆਂ ਦੇ ਤਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਕਈਆਂ ਨੇ ਤਾਂ ਕਲੀਅਰ ਕਰਤਾ ਵੀ ਉਹ ਨਹੀਂ ਇਲੈਕਸ਼ਨ ਲੜ ਰਹੇ, ਜਿਨ੍ਹਾਂ ਦੇ ਵਿੱਚ ਜ਼ਿਕਰ ਕਰਾਂਗੇ ਅਸੀਂ ਹੈਰੀ ਬੈਂਸ ਹੋਣੀ, ਜਿਨ੍ਹਾਂ ਨੇ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੱਤੀ ਸੀਗੀ। ਪਰ ਬਹੁਤ ਸਾਰੇ ਅਜਿਹੇ ਚਿਹਰੇ ਸੀ ਜਿਨ੍ਹਾਂ ਦੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ, ਕਾਫੀ ਜ਼ਿਆਦਾ ਉਹਨਾਂ ਦੇ ਨਾਮਾਂ ਦੇ ਉੱਤੇ ਮੋਹਰ ਜਿਹੜੀ ਹੈ ਉਹ ਲੱਗ ਰਹੀ ਸੀ ਕਿ ਉਹ ਇਸ ਵਾਰ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਲੜਨ ਦੇ ਲਈ ਚਿਹਰਾ ਜ਼ਰੂਰ ਹੋ ਸਕਦੇ ਨੇ। ਜਿਨ੍ਹਾਂ ਦੇ ਵਿੱਚ ਜਿਨੇ ਸਿਮਸ ਨੂੰ ਤੁਸੀਂ ਸਾਰੇ ਜਾਣਦੇ ਹੋ। ਜਿਨੇ ਸਿਮਸ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹੈ, ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ। ਜਿਨੇ ਸਿਮਸ ਦਾ ਨਾਮ ਜਦੋਂ ਆ ਰਿਹਾ ਸੀ ਤਾਂ ਕਈ ਵਾਰੀ ਉਹਨਾਂ ਨਾਲ ਗੱਲਬਾਤ ਕੀਤੀ ਗਈ, ਪਰ ਉਹ ਹਜੇ ਚੁੱਪ ਸੀਗੇ, ਕਹਿੰਦੇ ਸੀ ਸਮਾਂ ਆਉਣ ਦੇ ਉੱਤੇ ਉਹ ਜ਼ਰੂਰ ਇਸ ਸੰਬੰਧੀ ਕਲੀਅਰ ਕਰ ਦੇਣਗੇ। ਸੋ ਉਹਨਾਂ ਨੇ ਫਿਲਹਾਲ ਕਲੀਅਰ ਕਰ ਦਿੱਤਾ, ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਸਰੀ ਦੀਆਂ ਮਿਊਨਿਸਪਲ ਚੋਣਾਂ ਦੇ ਵਿੱਚ ਹਿੱਸਾ ਲੈ ਰਹੇ ਨੇ, ਯਾਨੀ ਕਿ ਚੋਣ ਲੜਨ ਜਾ ਰਹੇ ਨੇ। ਜਿਵੇਂ ਹੀ ਉਹਨਾਂ ਨੇ ਅਨਾਊਂਸਮੈਂਟ ਕੀਤੀ ਤਾਂ ਸਰੀ ਦਾ ਚੋਣ ਅਖਾੜਾ ਕੁਝ ਹੋਰ ਪੱਖ ਦਾ ਦਿਖਾਈ ਦੇ ਰਿਹਾ। ਹੁਣ ਜਿਨੀ ਸਿਮਸ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ ਕਿ ਜਿਨੀ ਸਿਮਸ ਦਾ ਇਸ ਵੇਲੇ ਏਜੰਡਾ ਹੈ ਕੀ ਹੈ, ਸਰੀ ਮੇਅਰ ਦੀ ਚੋਣ ਦੇ ਆਲੇ ਦੁਆਲੇ ਕਿਹੜੀਆਂ ਸਰਗਰਮੀਆਂ ਚੱਲਦੀਆਂ ਨੇ, ਤੇ ਖਾਸ ਕਰਕੇ ਜਿਹੜੇ ਲੋਕਾਂ ਦੇ ਸਵਾਲ ਨੇ ਉਹ ਵੀ ਅਸੀਂ ਜਿਨੀ ਸਿਮਸ ਤੋਂ ਜ਼ਰੂਰ ਪੁੱਛਾਂਗੇ, ਕਿਉਂਕਿ ਮਾਮਲਾ ਇੱਥੇ ਸਿਟੀ ਦਾ ਹੈ ਤੇ ਨਾਲ ਸਿਆਸਤਦਾਨ ਜਿਹੜੇ ਬਾਕੀ ਨੇ ਉਹਨਾਂ ਦੀ ਹਲਚਲ, ਉਹਨਾਂ ਦੀ ਚਾਰਾਜੋਈ ਕਿਵੇਂ ਦੀ ਚੱਲ ਰਹੀ ਹੈ, ਉਸ ਸੰਬੰਧੀ ਵੀ ਗੱਲਬਾਤ ਕਰਾਂਗੇ। ਸੋ ਜਿਹੜੇ ਦਰਸ਼ਕ ਮੇਰੇ ਨਾਲ ਜੁੜਨਾ ਚਾਹੁੰਦੇ ਨੇ ਸ਼ੋਅ ਦੇ ਵਿੱਚ, ਪਲੀਜ਼ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸੁਝਾਅ, ਤੁਹਾਡੇ ਕੋਈ ਸਵਾਲ ਹੈ, ਤੁਸੀਂ ਵੀ ਕਰ ਸਕਦੇ ਹੋ, ਨਾਲ ਦੀ ਨਾਲ ਕਾਲ ਅਟੈਂਡ ਕਰਾਂਗੇ। ਤੇ ਜਿਹੜੇ ਲੋਕ ਫੇਸਬੁੱਕ ਤੇ ਜੁੜੇ ਹੋਏ ਨੇ, ਉਹ ਫੇਸਬੁੱਕ ਦੇ ਉੱਤੇ ਆਪਣਾ ਕੋਈ ਵੀ ਸਵਾਲ ਜਾਂ ਕੋਈ ਵੀ ਆਪਣੀ ਰਾਏ ਹੈ ਤੁਸੀਂ ਲਿਖ ਸਕਦੇ ਹੋ। ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਜਿਹੜੇ ਨੇ ਮਹਿਮਾਨ ਦਾ। ਜਿਨੇ ਸਿਮ ਜੀ, ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਵੈਰੀ ਮਚ ਜੀ। ਜਿਨੇ ਜੀ, ਉਹ ਜੋਸ਼, ਉਹ ਸਾਰਾ ਜਜ਼ਬਾ, ਸਾਨੂੰ ਪਤਾ ਕਿ ਜਦੋਂ ਅਸੀਂ ਤੁਹਾਡੀ ਇੰਟਰਵਿਊ ਕਰਦੇ ਹਾਂ ਨਾ, ਤੁਹਾਡੇ ਅੰਦਰ ਹੁੰਦਾ ਸਾਡੇ ਅੰਦਰ ਵੀ ਬਹੁਤ ਜ਼ਿਆਦਾ ਆ ਜਾਂਦਾ। ਤੇ ਹੁਣ ਅੱਜ ਮੈਨੂੰ ਇਹ ਨਹੀਂ ਸਮਝ ਆ ਰਿਹਾ ਸੀ ਵੀ ਮੈਂ ਕੀ ਕਹਾਂ। ਅੱਗੇ ਅਸੀਂ ਹਮੇਸ਼ਾ ਕਹਿੰਦੇ MLA ਜਿਨੀ ਸਿਮਸ, ਅੱਜ ਮੈਂ MLA ਨਾਲ ਨਹੀਂ ਲਗਾਇਆ, ਕਿਉਂਕਿ ਅੱਜ ਤੁਹਾਡੀ ਇੱਕ ਨਵਾਂ ਪੋਰਟਫੋਲੀਓ ਤੁਹਾਡੇ ਨਾਲ ਹੁਣ ਜੁੜ ਚੁੱਕਿਆ। ਜਿਨੇ ਜੀ, ਇਲੈਕਸ਼ਨਸ 15 ਅਕਤੂਬਰ, ਮੇਰੇ ਖਿਆਲ 'ਚ ਹਜੇ 3-4 ਮਹੀਨੇ ਪ੍ਰੋਪਰ ਪਏ ਹੋਏ ਨੇ, ਪਰ ਜੇ ਸਰੀ ਸਿਟੀ ਦੀ ਜਿਹੜੀ ਸਿਆਸਤ ਆ ਉਹ ਇਸ ਤਰੀਕੇ ਨਾਲ ਦੇਖ ਲਈ, ਅਖਾੜਾ ਇੱਦਾਂ ਭਖ ਚੁੱਕਿਆ ਕਿ ਅਗਲੇ ਮਹੀਨੇ ਇਲੈਕਸ਼ਨ ਹੋਣ ਜਾ ਰਹੀਆਂ ਨੇ। ਕੀ ਲੱਗਦਾ ਇਹ ਤੁਹਾਡੇ ਨਾਲ ਹਲਚਲ ਜ਼ਿਆਦਾ ਵੱਧ ਗਈ? ਦੇਖੋ, ਇਹ ਮੇਰੇ ਕਰਕੇ ਨਹੀਂ ਵਧੀ, ਇਹ ਪਹਿਲਾਂ ਹੀ ਵਧੀ ਸੀਗੀ। ਓਕੇ। ਤੁਸੀਂ ਦੇਖੋ ਪਿਛਲੇ ਕਈ ਮਹੀਨਿਆਂ ਦੇ ਵਿੱਚੋਂ ਸਰੀ ਬਹੁਤ ਹੀ ਨਿਊਜ਼ ਵਿੱਚ ਆ ਰਹੀ ਆ, ਸਿਰਫ ਇੱਥੇ ਨਹੀਂ, ਸਾਡੇ ਅਕ੍ਰੋਸ ਦ ਨੇਸ਼ਨ ਤੇ ਇੰਟਰਨੈਸ਼ਨਲੀ ਐਜ਼ ਵੈਲ। ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਸਰੀ ਜਿਹੜਾ ਹੈਗਾ ਛੋਟਾ ਸ਼ਹਿਰ ਹੈ ਨਹੀਂਗਾ, ਬਹੁਤ ਵੱਡੀ ਸਿਟੀ ਆ। ਇਟ ਵਿਲ ਥੋੜੇ ਕੁ ਸਾਲਾਂ ਨੂੰ ਇਹ ਸਭ ਤੋਂ ਵੱਡੀ ਸਿਟੀ ਬਣ ਜਾਣਾ ਆ ਸਾਡੇ BC ਦੇ ਵਿੱਚ। ਵੈਨਕੂਵਰ ਵਾਲਿਆਂ ਨੇ ਸਾਡੇ ਤੋਂ ਪਹਿਲਾਂ ਡਿਕਲੇਅਰ ਕਰ ਦਿੱਤਾ ਸੀ ਵੀ ਕਿਨ ਖੜੇ ਹੋਣਾ ਆ, ਤੇ ਆਪਾਂ ਨੂੰ ਪਤਾ ਆ ਵੀ ਇੱਕ ਇੱਥੇ ਉਮੀਦਵਾਰ ਹੈਗੇ ਆ ਬ੍ਰੈਂਡਾ ਲੌਕ, ਜਿਹਨੇ ਐਲਾਨ ਕੀਤਾ ਸੀ ਪਿਛਲੇ ਸਮਰ ਦੇ ਵਿੱਚ, ਤੇ ਮੇਅਰ ਨੇ ਜਿਹੜਾ ਕਰੰਟ ਮੇਅਰ ਆ ਉਹਨ ਵੀ ਐਲਾਨ ਕੀਤਾ ਆ। ਤੁਸੀਂ ਵੈਨਕੂਵਰ ਵੱਲ ਨੂੰ ਦੇਖੋ, ਉਹ ਵੀ ਐਲਾਨ ਕਰ ਹਟੇ ਆ। ਸੋ ਛੋਟੇ ਸ਼ਹਿਰਾਂ 'ਚ ਵੀ ਐਲਾਨ ਸ਼ੁਰੂ ਹੋ ਗਏ ਆ। ਮੈਂ ਤਾਂ ਇਹੀ ਸੋਚਦੀ ਵੀ ਇਲੈਕਸ਼ਨ ਦੀ ਜਿਹੜੀ ਸਰਗਰਮੀ ਹੁੰਦੀ ਆ ਨਾ, ਉਹ ਥੋੜੀ ਕੁ ਬਦਲ ਗਈ ਆ। ਜਦੋਂ ਅਸੀਂ ਪਹਿਲਾਂ ਇੱਥੇ ਆਏ ਆ ਜਾ ਕੇ ਬਿਗਿਨਿੰਗ ਆਫ ਸੈਪਟੈਂਬਰ, ਆਫਟਰ ਲੇਬਰ ਡੇ ਵੀਕਐਂਡ, ਮਿਊਨਿਸਪਲ ਇਲੈਕਸ਼ਨ ਦੇ ਵਿੱਚ ਜੋਸ਼ ਆਉਂਦਾ ਹੁੰਦਾ ਸੀਗਾ। ਐਤਕੀ ਤਾਂ ਪਿਛਲੇ ਸਾਲ ਦਾ ਹੀ ਆਇਆ ਆ, ਤੇ ਮੈਨੂੰ ਲੋਕ ਪੁੱਛਣ ਲੱਗ ਪਏ ਸੀਗੇ ਪਿਛਲੇ ਨਵੰਬਰ ਦਸੰਬਰ ਵਿੱਚ। ਮੈਂ ਕਿਹਾ ਸੀ ਕਦੀ ਵੀ ਨਹੀਂ, ਮੈਂ ਕਿਹਾ ਮੇਰੇ ਤਾਂ ਰੇਡਰ ਵਿੱਚ ਹੀ ਹੈ ਨਹੀਂ। ਆਮ ਵੈਰੀ ਹੈਪੀ ਡੂਇੰਗ ਵਾਟ ਆਮ ਡੂਇੰਗ। ਮੈਂ ਖੁਸ਼ ਸੀ ਜੋ ਕੁਛ ਕਰ ਰਹੀ ਸੀਗੀ ਵੀ, ਨਾਲੇ ਮਾਣ ਵੀ ਹੈਗਾ ਆ ਜੋ ਕੁਛ ਸਰਕਾਰ ਕਰ ਰਹੀ ਆ ਵਿਦ ਜੌਨ ਹੋਗਨ। ਪਰ ਮਾਰਚ ਦੇ ਵਿੱਚ ਮੈਨੂੰ ਜਾ ਕੇ ਥੋੜਾ ਸੋਚਣਾ ਪਿਆ ਤੇ ਮਜਬੂਰ ਕੀਤਾ, ਤੇ ਮੈਨੂੰ ਹੁਣ ਬਹੁਤ ਖੁਸ਼ੀ ਹੈਗੀ ਆ ਵੀ ਪਿਛਲੇ ਬੁੱਧਵਾਰ, ਇਸ ਬੁੱਧਵਾਰ ਜਿਹੜਾ ਲੰਘ ਕੇ ਗਿਆ ਆ, ਵੀ ਅਸੀਂ ਐਲਾਨ ਕੀਤਾ ਆ ਵੀ ਮੈਂ ਖੜੀ ਹੋਊਂਗੀ ਮੇਅਰ ਲਈ। ਉਹਦੇ 3 ਕਾਰਨ ਆ। ਨੰਬਰ 1, ਜਦੋਂ ਵੀ ਮੈਂ ਕੋਈ ਕੰਮ ਕੀਤਾ, ਮੈਂ ਇਹ ਸੋਚ ਕੇ ਕੀਤਾ ਵੀ ਸਾਡੇ ਬੱਚਿਆਂ ਲਈ, ਸਾਡੀ ਆਉਣ ਵਾਲੀ ਪੀੜ੍ਹੀ ਲਈ ਕੀ ਅਸਰ ਪਊਗਾ। ਬੇਸ਼ੱਕ ਦੀ ਜਦੋਂ ਮੈਂ ਟੀਚਰ ਸੀ, ਫਿਰ ਜਦੋਂ ਟੀਚਰਾਂ ਦੀ ਪ੍ਰਧਾਨ ਬਣੀ, MP ਬਣੀ, MLA ਬਣੀ, ਤੇ ਅਸੀਂ ਕੈਸਾ ਦੇਸ਼ ਬਣਾ ਰਹੇ ਹਾਂ, ਕੈਸੀ ਪ੍ਰੋਵਿੰਸ ਬਣਾ ਰਹੇ ਹਾਂ, ਹੁਣ ਕੈਸਾ ਸ਼ਹਿਰ ਬਣਾਉਣਾ ਆ, ਵੀ ਕੀ ਸਾਡਾ ਬਾਹਰ ਹੈਗਾ ਆ। ਸਾਡੇ ਸਰੀ ਦੇ ਵਿੱਚ ਪਹਿਲਾ ਇਸ਼ੂ ਹੈਗਾ ਆ, ਮੈਂ ਖੜੀ ਹੋ ਰਹੀ ਹਾਂ ਫॉर ਓਪਨਨੈਸ, ਟਰਾਂਸਪੈਰੈਂਸੀ। ਇਹ ਮੈਨੂੰ ਪੰਜਾਬੀ ਵਿੱਚ ਤਾਂ ਨਹੀਂ ਕਹਿਣਾ ਆਉਣਾ, ਪਰ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ
ਜਿਹੜੇ ਸਾਡੇ ਹੈ ਨਾ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਹਾਂਜੀ ਉਹਨਾਂ ਦੀ ਪਿਛਲੇ ਸਾਲਾਂ ਦੇ ਵਿੱਚ ਬਹੁਤ ਹੀ ਡੈਮੇਜ ਹੋ ਗਈ ਹੋਈ ਆ ਤੇ ਇੱਕ ਤਾਂ ਜਿਹੜਾ ਸਾਡਾ ਸਿਟੀ ਕਾਉਂਸਲ ਹੈ ਬਹੁਤ ਹੀ ਸੀਕ੍ਰੀਟਿਵ ਹੋ ਗਿਆ ਆ ਇੱਕ ਲੋਕਾਂ ਨੂੰ ਮੌਕਾ ਨਹੀਂ ਮਿਲਦਾ ਜਾ ਕੇ ਉੱਥੇ ਆਪਣੀ ਆਵਾਜ਼ ਸ਼ੇਅਰ ਕਰਨ ਤੇ ਜੇ ਕੋਈ ਮੇਅਰ ਦੇ ਕਾਉਂਸਲ ਦੇ ਨਾਲ ਨਹੀਂ ਅਗਰੀ ਕਰਦਾ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾਂਦੀ ਆ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਆ ਤੇ ਪਿਛਲੇ 2 ਹਫ਼ਤਿਆਂ ਵਿੱਚ ਦੇਖਿਆ ਆਪਾਂ ਵੀ ਕੀ ਹਲਚਲ ਹੋਈ ਸੀਗੀ ਸਿਟੀ ਹਾਲ ਦੇ ਵਿੱਚ 7 ਮਿੰਟਾਂ ਤੋਂ ਬਾਅਦ ਕਾਉਂਸਲ ਹੀ ਬੰਦ ਕਰ ਦਿੱਤਾ ਸੀ ਜੋ ਡੈਮੋਕ੍ਰੇਸੀ ਉਦੋਂ ਕੰਮ ਕਰਦੀ ਆ when it's open transparent and accountable ਇਨ ਦੀ ਚੀਜ਼ਾਂ ਲਈ ਇੱਕ ਨਾ ਜਿਹੜਾ ਮੇਅਰ ਦਾ ਅਹੁਦਾ ਹੁੰਦਾ ਆ ਉਹ ਅਹੁਦਾ ਹੁੰਦਾ ਆ ਵੀ ਉਹ ਕੁਰਸੀ ਦਾ ਹੁੰਦਾ ਆ ਹਾਂਜੀ ਮੇਰੇ ਹਿਸਾਬ ਦੇ ਨਾਲ ਉਸ ਅਹੁਦੇ ਦੇ ਉੱਪਰ ਬਹੁਤ ਹੀ ਡੈਮੇਜ ਹੋ ਹਟੀ ਆ ਸਰੀ ਦੇ ਵਿੱਚ ਦੂਸਰੇ ਇਸ਼ੂ ਲੋਕਾਂ ਦੇ ਵਿੱਚ ਇਹ ਨਹੀਂ ਵੀ ਉਹ ਕਹਿੰਦੇ ਆ ਉਹ ਆ ਕੇ ਰੋਜ਼ ਕਹਿੰਦੇ ਆ ਵੀ ਬਹੁਤ ਹੀ ਬੇਇਨਸਾਫੀ ਹੁੰਦੀ ਆ ਵੀ ਇਹ ਨਹੀਂ ਵੀ ਹਰੇਕ ਨੂੰ ਬਰਾਬਰਤਾ ਮਿਲਦੀ ਆ ਜਦੋਂ ਸਿਟੀ ਹਾਲ 'ਚ ਆਪਣੇ ਕੰਮ ਕਰਾਉਣ ਜਾਂਦੇ ਆ ਲੋਕਾਂ ਦੇ ਮਨ ਵਿੱਚ ਪੈ ਵੀ ਗਿਆ ਆ ਉਹ ਕਹਿੰਦੇ ਹੋ ਵੀ ਰਿਹਾ ਆ ਵੀ ਕਈਆਂ ਨੂੰ ਮੋਰੇ ਕੀਤਾ ਜਾਂਦਾ ਆ ਤੇ ਜਿਹੜੇ ਬਾਕੀ ਆ ਉਹਨਾਂ ਨੂੰ ਬਹੁਤ ਚਿਰ ਲੱਗ ਜਾਂਦਾ ਆ ਆਪਣੇ ਕੰਮ ਕਰਾਉਣ ਨੂੰ ਸੋ ਇਸ ਕਰਕੇ ਸੈਕੰਡ ਇਸ਼ੂ ਹੈਗਾ ਆ ਵੀ ਜਿਹੜੇ ਵੀ ਸ਼ਹਿਰ ਹੋਵੇ ਉੱਥੇ ਬਰਾਬਰਤਾ ਦੀ ਜ਼ਰੂਰਤ ਹੈਗੀ ਆ ਅਸੀਂ ਇਸ ਮੁਲਕ ਨੂੰ ਆਏ ਸੀ ਇਸ ਚੀਜ਼ ਲਈ ਇਹ ਨਹੀਂ ਵੀ ਕੌਣ ਤੁਹਾਡਾ ਰਿਸ਼ਤੇਦਾਰ ਆ ਕੌਣ ਤੁਹਾਨੂੰ ਜਾਣਦਾ ਜਾਂ ਕੌਣ ਤੁਹਾਨੂੰ ਕੁਝ ਦੇ ਦਊਗਾ ਵੀ ਤੁਹਾਡਾ ਕੰਮ ਫੇਰ ਪਹਿਲਾਂ ਹੋਊਗਾ ਸੋ ਫੇਅਰਨੈਸ ਗੋਇੰਗ ਫੋਰਵਰਡ ਵੀ ਫੇਅਰ ਟ੍ਰੀਟਮੈਂਟ ਹੋਊਗੀ ਬਰਾਬਰ ਟ੍ਰੀਟਮੈਂਟ ਹੋਊਗੀ ਹਰੇਕ ਦੀ ਜਿਹੜੀ ਐਪਲੀਕੇਸ਼ਨ ਜਾਵੇ ਮੈਂ ਸਿੰਪਲ ਜਿਹੀ ਐਗਜ਼ਾਮਪਲ ਦੇ ਦਿੰਨੀ ਆ ਬਿਲਡਿੰਗ ਪਰਮਿਟ ਹੈਗੇ ਆ ਕ੍ਰਾਈਟੇਰੀਆ ਕਲੀਅਰ ਹੋਣਾ ਚਾਹੀਦਾ ਆ ਪ੍ਰੋਸੈਸ ਕਲੀਅਰ ਹੋਣੀ ਚਾਹੀਦੀ ਆ ਦੈਨ ਜਿਹੜਾ ਵੀ ਆਵੇ ਬਰਾਬਰ ਟ੍ਰੀਟਮੈਂਟ ਓਕੇ ਤੀਸਰੀ ਚੀਜ਼ ਹੈਗੀ ਆ ਪਿਛਲੇ 4 ਸਾਲਾਂ ਦੇ ਵਿੱਚ ਸਾਡੇ ਕਾਉਂਸਲ ਆਪਸ ਵਿੱਚ ਇਦਾਂ ਲੜ ਰਹੇ ਆ ਅਸੀਂ ਪਬਲਿਕ ਡਿਬੇਟ ਘੱਟ ਸੁਣੀ ਆ ਇੱਕ ਦੂਸਰੇ ਦੇ ਉੱਪਰ ਜਿੱਦਾਂ ਕਹਿੰਦੇ ਕਿਚੜ ਸਿੱਟਣ ਜ਼ਿਆਦਾ ਸੁਣਿਆ ਸੋ ਉਸ ਸਮੇਂ ਦੇ ਵਿੱਚ ਜਿਹੜੇ ਕੰਮ ਸਰੀ ਦੇ ਵਿੱਚ ਬਹੁਤ ਹੀ ਜ਼ਰੂਰੀ ਆ ਉਹਨਾਂ ਨੂੰ ਬੈਕ ਸੀਟ ਮਿਲ ਗਈ ਆ ਤੁਸੀਂ ਦੇਖੋ ਜਿਹੜਾ ਆਮ ਇਨਸਾਨ ਸਰੀ 'ਚ ਰਹਿੰਦਾ ਉਹਨੂੰ ਕਿਹੜੀ ਚੀਜ਼ ਦਾ ਫਿਕਰ ਆ ਅਫੋਰਡੇਬਿਲਿਟੀ ਹਾਊ ਡੂ ਵੀ ਬ੍ਰਿੰਗ ਅਫੋਰਡੇਬਿਲਿਟੀ ਬੈਕ ਇਨਟੂ ਦ ਸਿਟੀ ਪਹਿਲਾਂ ਸਿਟੀ ਇੱਥੇ ਬਹੁਤ ਸਾਰੇ ਲੋਕ ਆਏ ਆ ਕਹਿੰਦੇ ਸੀਗੇ ਇੱਥੇ ਫਿਰ ਵੀ ਅਫੋਰਡੇਬਲ ਹੈਗਾ ਆ ਹਾਊਸਿੰਗ ਇਸ਼ੂਜ਼ ਹਰੇਕ ਨੂੰ ਛੱਤ ਦੀ ਲੋੜ ਆ ਆਪਾਂ ਨੂੰ ਅਫੋਰਡੇਬਲ ਰੈਂਟਲ ਦੀ ਵੀ ਲੋੜ ਆ ਅਫੋਰਡੇਬਲ ਹਾਊਸਿੰਗ ਦੀ ਵੀ ਲੋੜ ਆ ਸੋਸ਼ਲ ਹਾਊਸਿੰਗ ਦੀ ਵੀ ਲੋੜ ਆ ਸੋ ਐਵਰੀ ਟਾਈਪ ਆਫ ਹਾਊਸਿੰਗ ਐਂਡ ਡਿਵੈਲਪਮੈਂਟ ਇਜ਼ ਨੀਡਡ ਦੂਸਰਾ ਜੇ ਸਾਡੀ ਸ਼ਹਿਰ ਦਾ ਜਿੱਦਾਂ ਵੀ ਨਜ਼ਰੀਆ ਬਾਹਰ ਠੀਕ ਹੋਊਗਾ ਲੋਕ ਸਾਡੇ ਵੱਲ ਨੂੰ ਦੇਖਣਗੇ ਦੇਖੋ ਕਿੰਨਾ ਵਧੀਆ ਕਾਉਂਸਲ ਕੰਮ ਕਰ ਰਿਹਾ ਆ ਵੀ ਆ ਕਰ ਰਿਹਾ ਆ ਉਹ ਇੱਥੇ ਇਨਵੈਸਟਮੈਂਟ ਵੀ ਲੈ ਕੇ ਆਉਣਗੇ ਜਿਹੜੀ ਇਨਵੈਸਟਮੈਂਟ ਨਾਲ we could have good paying jobs. So a council's job is to attract good paying jobs. ਪਰ ਆ council ਆਪਸ ਵਿੱਚ ਹੀ ਲੜਦਾ ਰਿਹਾ ਇਹਦੇ ਨਾਲ ਅਸੀਂ ਦੇਖੇ ਸਾਡੇ ਯੂਨੀਵਰਸਿਟੀ ਡਿਸਟ੍ਰਿਕਟ ਦੇ ਵਿੱਚ ਸਾਡੇ ਕੋਲ ਬਹੁਤ ਵੱਡੀ ਗਰੋਥ ਹੋ ਗਈ ਆ ਸਾਡੇ ਕੋਲ ਪੋਸਿਬਿਲਿਟੀ ਹੈਗੀ ਅਸੀਂ ਸੈਕੰਡ ਸਿਲਿਕਨ ਵੈਲੀ ਬਣ ਸਕਦੇ ਆ IT ਸੈਂਟਰ manufacturing jobs good paying jobs yes warehouses ਦੀ ਵੀ ਲੋੜ ਹੈਗੀ ਆ but we need to get good paying jobs ਜਦੋਂ ਇੱਥੇ jobs ਆ ਗਈਆਂ ਸਾਡਾ ਸ਼ਹਿਰ ਇੰਨਾ ਫੈਲਿਆ ਹੋਇਆ ਜੀਓਗ੍ਰਾਫਿਕਲੀ ਸਾਨੂੰ ਪਬਲਿਕ ਟ੍ਰਾਂਜ਼ਿਟ ਦੀ ਲੋੜ ਆ ਹੁਣ ਜਦੋਂ ਅਸੀਂ warehouses ਦੂਰ ਦੂਰ ਬਣਾਈ ਜਾਂਦੇ ਆ ਪਰ ਉੱਥੇ ਪਬਲਿਕ ਟ੍ਰਾਂਜ਼ਿਟ ਹੈ ਨਹੀਂ ਲੋਕ ਹੁਣ ਕੰਮ ਕਰਾਉਣ ਵਾਲੇ ਕਹਿੰਦੇ ਆ ਕੰਮ ਵਾਲੇ ਆਉਂਦੇ ਨਹੀਂਗੇ ਹੈਗੇ ਉਹਨਾਂ ਕੋਲ ਟਰਾਂਸਪੋਰਟੇਸ਼ਨ ਹੈ ਨਹੀਂ ਉਹ ਜਿਹੜੀਆਂ ਬੱਸਾਂ ਵੀ ਸੈਟਅਪ ਕਰਦੇ ਜੇ ਸਿਰਫ 2 ਬੱਸਾਂ ਹੋਣ ਦਿਨ ਦੇ ਵਿੱਚ ਉਹਦੇ ਨਾਲ ਵੀ ਮੁਸ਼ਕਲਾਂ ਆ ਜਾਂਦੀਆਂ ਆ ਸੋ ਵਧੀਆ ਕੰਮ ਇੱਥੇ ਲੈ ਕੇ ਆਈਏ ਵਧੀਆ ਇਨਵੈਸਟਮੈਂਟ ਲੈ ਕੇ ਆਈਏ ਵਧੀਆ ਡਿਵੈਲਪਮੈਂਟ ਲੈ ਕੇ ਆਈਏ ਨਾਲੋਂ ਨਾਲ ਜਿਹੜਾ ਇਨਫਰਾਸਟ੍ਰਕਚਰ ਹੁੰਦਾ ਆ ਪਬਲਿਕ ਟ੍ਰਾਂਜ਼ਿਟ ਹੋਵੇ ਚਾਈਲਡ ਕੇਅਰ ਹੋਵੇ ਆਪਾਂ ਸੋਚੀਏ ਸਰੀ ਇੰਨਾ ਵੱਡਾ ਸ਼ਹਿਰ ਆ ਇੰਨਾ ਪੈਸਾ ਹੈਗਾ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਫॉर ਚਾਈਲਡ ਕੇਅਰ ਜੀ ਅਸੀਂ ਬਹੁਤ ਕੁਝ ਹੋਰ ਕਰ ਸਕਦੇ ਆ ਟੂ ਬ੍ਰਿੰਗ ਮੋਰ ਚਾਈਲਡ ਕੇਅਰ ਇਨਟੂ ਸਰੀ ਜੇ ਪਾਰਟਨਰ ਹੋਵੇ ਜਿਹੜਾ ਫੋਕਸ ਸਿਰਫ ਲੜਾਈ ਨਾ ਹੋਵੇ ਤੇ ਇੱਕ ਇਸ਼ੂ ਤੇ ਹੀ ਲੜੀ ਜਾਵੇ ਤੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਗੱਲ ਇਹ ਵੀ ਹੋ ਗਈ ਆ ਦੇਖੋ ਆਈ ਹੈਵ ਨਥਿੰਗ ਬਟ ਰਿਸਪੈਕਟ ਜਿਹੜਾ ਕੰਮ ਜਿਹੜਾ ਵੀ ਪੁਲਿਸ ਵਿੱਚ ਕਰੇ ਫॉर ਦੀ RCMP
ਉਹ ਆਪਣੀ ਜਾਨ ਖਤਰੇ 'ਚ ਪਾ ਕੇ ਬਾਹਰ ਲੜਦੇ ਆ। ਹੁਣ ਜਿਹੜੇ SPC ਆਫਿਸਰਸ ਹੈਗੇ ਆ ਸਰੀ ਪੁਲਿਸ, ਉਹ ਵੀ ਕਰਦੇ ਆ, ਉਹਨਾਂ ਲਈ ਵੀ ਬਹੁਤ ਕਦਰ ਹੈਗੀ ਆ। ਇਹ ਚੋਇਸ ਵੀ ਅਸੀਂ ਕਿਸ ਤਰ੍ਹਾਂ ਦੀ ਪੁਲਿਸ ਲੈਣੀ ਆ ਸਿਟੀ ਕਾਉਂਸਲ ਦੀ ਸੀਗੀ। ਪਰ ਤੁਸੀਂ ਦੇਖੋ ਟ੍ਰਾਂਜੀਸ਼ਨ, lack of transparency, no data, very little information, ਦੋ ਸਾਈਲੋਜ਼ ਬਣ ਗਏ ਆ, ਇੱਕ ਦੂਸਰੇ ਤੇ ਤੀਰ ਚਲਾਈ ਜਾਂਦੇ ਆ। ਉਹ ਕਹਿੰਦਾ ਮਾਈ ਵੇ ਉਹ ਹਾਈਵੇ, ਤੇ ਦੂਸਰੇ ਕਹਿੰਦੇ ਆ ਨੋ ਸਰੈਂਡਰ। ਤੇ ਜਦੋਂ ਤੁਸੀਂ ਦੇਖੋ ਇਸ ਤਰ੍ਹਾਂ ਸਿਆਸਤ ਨਹੀਂ ਚੱਲਦੀ। ਸਿਆਸਤ ਚੱਲਦੀ ਆ ਜਦੋਂ ਦੋਨੋਂ ਸਾਈਡ ਬੈਠ ਕੇ they talk through the issues। ਤੇ ਮੈਂ ਨਹੀਂ ਕਹਿੰਦੀ, ਸਭ ਤੋਂ ਵੱਡੀ ਗੱਲ ਇਹ ਹੈਗੀ ਜਿਹੜੇ ਸਰੀ ਵਿੱਚ ਰਹਿਣ ਵਾਲੇ ਆ ਉਹਨਾਂ ਦੀ ਇੱਕੋ ਹੀ ਮੰਗ ਆ, ਸੇਫਟੀ ਐਂਡ ਸਿਕਿਉਰਿਟੀ। ਹਰੇਕ ਚਾਹੁੰਦਾ ਆ ਵੀ ਜਦੋਂ ਮੈਂ ਰਾਤ ਨੂੰ ਆਪਣੇ ਬੈਡਰੂਮ ਵਿੱਚ ਆਵਾਂ, ਸੌਵਾਂ, ਆਈ ਫੀਲ ਸੇਫ ਐਂਡ ਸਿਕਿਉਰ, ਸਾਡੇ ਬੱਚੇ ਸੇਫ ਐਂਡ ਸਿਕਿਉਰ ਹੋਣ। ਤੇ ਜਦੋਂ ਅਸੀਂ ਸਵੇਰ ਨੂੰ ਉੱਠੀਏ ਵੀ ਸਾਡੇ ਜਿਹੜੇ ਟੈਕਸਿਸ ਵੀ ਹੈਗੇ ਆ ਉਹ ਵੀ ਰੀਜ਼ਨੇਬਲ ਹੋਣ, ਬਿਲਕੁਲ as low as possible। ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਇੰਨੇ ਲੋw taxes ਹੋਣ ਵੀ ਸਾਡੀ ਸੇਫਟੀ ਐਂਡ ਸਿਕਿਉਰਿਟੀ ਡੇਂਜਰਸ ਹੋਵੇ। people want both। ਸੋ ਪਿਛਲੇ 4 ਸਾਲਾਂ ਦੇ ਵਿੱਚ ਸੇਫਟੀ ਸਿਕਿਉਰਿਟੀ ਤੇ ਫੋਕਸ ਘੱਟ ਰਿਹਾ ਹੈ, ਤੇ ਜਿਹੜਾ ਯੂਨੀਫਾਰਮ ਆ ਉਹਦੇ ਤੇ ਫੋਕਸ ਜ਼ਿਆਦਾ ਹੋ ਗਿਆ ਆ। ਤੇ ਲੋਕ ਤਦ ਥੋੜੇ ਨਾਰਾਜ਼ ਆ, ਉਹਨਾਂ ਨੂੰ ਪਤਾ ਨਹੀਂ ਹੋ ਰਿਹਾ ਵੀ ਕੀ ਹੋ ਰਿਹਾ ਆ। the transition is happening। ਇਹਦੇ ਵਿੱਚ ਕੋਈ ਡਿਸਐਗਰੀ ਨਹੀਂ ਕਰਦਾ, the transition is happening। ਪਰ ਲੋਕ ਇਹ ਵੀ ਕਹਿੰਦੇ ਆ ਵੀ ਸਾਨੂੰ ਪਤਾ ਹੀ ਨਹੀਂ ਕੀ ਹੋ ਰਿਹਾ। ਸੋ ਓਪਨਨੈਸ, ਟਰਾਂਸਪੈਰੈਂਸੀ, ਤੇ ਨਾਲੇ ਆਓ ਆਪਾਂ ਸਰੀ ਨੂੰ ਐਸਾ ਸ਼ਹਿਰ ਬਣਾਈਏ ਜਿੱਥੇ ਲੋਕਾਂ ਲਈ ਇੱਕ ਮਿਸਾਲ ਬਣ ਜਾਵੇ। ਵੀ ਆਰ ਗੋਇੰਗ ਟੂ ਬੀ, ਅਸੀਂ ਸਭ ਤੋਂ ਨੰਬਰ 1 the largest city ਹੋਣਾ ਆ। ਸਾਡੇ ਕੋਲ ਇੰਨੀ ਡਾਈਵਰਸਿਟੀ ਹੈਗੀ ਆ, ਸਾਡੀ ਡਾਈਵਰਸਿਟੀ ਜਿਹੜੀ ਆ ਉਹ ਸਾਡੀ ਤਾਕਤ ਆ ਕਰਕੇ ਲੋਕ ਇੱਥੇ ਕਈਆਂ ਮੁਲਕਾਂ ਚੋਂ ਆਏ ਆ। ਉਸ ਤਾਕਤ ਦੇ ਨਾਲ ਆਪਾਂ ਆਪਣੀ ਇਕਨੋਮੀ ਨੂੰ ਗਰੋ ਕਰ ਸਕਦੇ ਆ। ਪਰ ਉਹਨਾਂ ਚਿਰ ਨਹੀਂ ਜਿੰਨਾ ਚਿਰ ਸਾਡੇ ਕੋਲ ਕਾਉਂਸਲ ਹੈਗਾ ਆ ਜਿਹੜੇ ਇੱਕ ਦੂਸਰੇ ਨਾਲ ਲੜੀ ਜਾਂਦੇ ਆ ਤੇ ਬਾਕੀ ਕੰਮਾਂ ਤੇ ਉਹ ਫੋਕਸ ਨਹੀਂ ਕਰ ਸਕਦੇ। ਜੀ ਜਿਹਨੇ ਜੀ ਤੁਸੀਂ ਇੱਥੇ ਆਮ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਹੈਗੀ ਹੈ, ਆਮ ਲੋਕੀ ਤਾਂ ਸਾਫ਼ ਤੌਰ ਤੇ ਇਹੀ ਸਵਾਲ ਕਰ ਰਹੇ ਨੇ। ਉਹ ਕਹਿੰਦੇ ਡਿਵੈਲਪਮੈਂਟ ਹੈ, ਡਿਵੈਲਪਮੈਂਟ ਆਪਣੇ ਤੌਰ ਦੇ ਉੱਤੇ ਹੋ ਰਹੀ ਹੈ ਜਿਵੇਂ ਵੀ ਹੋ ਰਹੀ ਹੈ, ਪਰ ਇੱਕ ਲੋਕਾਂ ਨੂੰ ਇੱਕ ਕੁਆਲਿਟੀ ਲਾਈਫ ਵੀ ਚਾਹੀਦੀ ਹੈ। ਉਸ ਕੁਆਲਿਟੀ ਲਾਈਫ ਲਈ ਤੁਹਾਡੇ ਕੋਲ ਕੀ ਹੈਗਾ, ਤੁਹਾਡਾ ਆਪਣਾ ਇੰਡੀਪੈਂਡੈਂਟਲੀ ਕੀ ਪਲਾਨ ਹੈ ਉਹਦੇ ਲਈ? ਦੇਖੋ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਕਈ ਤਰ੍ਹਾਂ ਦੀ ਹੁੰਦੀ ਹੈ। ਵੀ ਨੀਡ ਸਸਟੇਨੇਬਲ ਡਿਵੈਲਪਮੈਂਟ। ਉਹ ਡਿਵੈਲਪਮੈਂਟ ਜਿਹੜੀ ਬਿਲਡਸ ਕਮਿਊਨਿਟੀਜ਼, ਉਹ ਜਿੱਥੇ ਹੈ ਨਾ ਹੋਣ ਵੀ ਤੁਸੀਂ ਤੁਰ ਕੇ ਗਰੋਸਰੀ ਵੀ ਕਰ ਸਕੋ, ਤੁਸੀਂ ਤੁਰ ਕੇ ਆਪਣੇ ਡਾਕਟਰ ਦੇ ਵੀ ਜਾ ਸਕੋ, ਤੁਸੀਂ ਤੁਰ ਕੇ ਸਕੂਲਾਂ ਤੇ ਵੀ ਜਾ ਸਕੋ, ਤੇ ਤੁਸੀਂ ਤੁਰ ਕੇ ਜਿਹੜੇ ਆਲੇ ਦੁਆਲੇ ਸਹੂਲਤਾਂ ਹੈਗੀਆਂ ਆ ਜਾ ਸਕੋ। ਪਰ ਉਹਦੇ ਲਈ ਸਿਟੀ ਪਲਾਨਿੰਗ ਐਸੀ ਚਾਹੀਦੀ ਆ ਵੀ ਉਹ ਇਸ ਤਰੀਕੇ ਨਾਲ ਕਰੀ ਜਾਵੇ। ਇਸ ਵਕਤ ਉਹ ਹੈ ਨਹੀਂ। ਆਪਣੇ ਕੋਲ 6 ਕਮਿਊਨਿਟੀਜ਼ ਆਈਡੈਂਟੀਫਾਈ ਕੀਤੀਆਂ ਸਿਟੀ ਸੈਂਟਰਸ, ਰਾਈਟ। ਪਰ ਜਦੋਂ ਤੁਸੀਂ ਦੇਖੋ ਉਹਨਾਂ ਦੇ ਗੱਭੇ ਇੰਨੀ ਡਿਸਟੈਂਸ ਹੈਗੀ ਆ। ਪਰ ਜਿਸ ਤਰ੍ਹਾਂ ਡਿਵੈਲਪਮੈਂਟ ਵੀ ਹੋ ਰਹੀ ਆ ਬਹੁਤ ਹੀ ਸਿੰਪਲ ਜਿਹੀ, ਆਮ ਵੈਰੀ ਹੈਪੀ ਵੀ ਸਾਡੇ ਡਿਵੈਲਪਮੈਂਟ ਹੋ ਰਹੀ ਆ ਸਰੀ ਸੈਂਟਰ ਦੇ ਵਿੱਚ। ਪਰ ਕੱਲ ਮੇਰੇ ਕਿਸੇ ਨੇ ਮੋਹਰੇ ਜਵਾਬ ਰੱਖਿਆ ਵੀ ਉੱਥੇ ਹੋਰ ਕੋਈ ਫਾਇਰ ਹੋਲ ਤਾਂ ਬਣਾਇਆ ਹੀ ਨਹੀਂ। ਜੇ ਉੱਥੇ ਇੰਨੇ ਲੱਖ ਹੋਰ ਕੰਡੋਮੀਨੀਅਮਸ ਆ ਜਾਣੇ ਆ, ਉਹਦੀ ਸਪੋਰਟ ਸਿਸਟਮ ਫੋਰ ਕਿੱਥੇ ਆ? ਇੱਕ ਜਦੋਂ ਅਸੀਂ ਡਿਵੈਲਪਮੈਂਟ ਕਰੀਦੀ ਆ ਉਦੋਂ ਨਹੀਂ ਸਕੂਲ ਬਣਾਉਣ ਦਾ ਸੋਚੀਦਾ, ਜਦੋਂ ਸਭ ਕੁਛ ਬੱਚੇ ਉੱਥੇ ਆ ਜਾਣ। ਫਿਰ ਜਦੋਂ ਉਦੋਂ ਸਕੂਲ ਬਣਾਉਣ ਲੱਗੇ ਫਿਰ 3-4 ਸਾਲ ਸਕੂਲ ਬਣਾਉਣ ਨੂੰ ਲੱਗ ਜਾਂਦੇ। ਸੋ ਇਟਸ ਪ੍ਰੀ ਪਲਾਨਿੰਗ। ਇਸ ਦੇ ਵਿੱਚ ਮੇਰੀ ਕਮਿਟਮੈਂਟ ਹੈਗੀ ਆ, we're going to do community based development, livable development, where people feel connected। ਤੇ ਨਾਲੇ ਜਿਹੜੀ ਸਾਡੀ ਹੈ ਨਾ ਇਨਫਰਾਸਟ੍ਰਕਚਰ ਆ, that needs to be planned ahead of time। ਹੁਣ ਤੁਸੀਂ ਕਈ ਇਲਾਕਿਆਂ ਵਿੱਚ ਜਾਵੋ, ਜਦੋਂ ਕਾਰਾਂ ਪਾਰਕ ਹੋ ਜਾਂਦੀਆਂ ਆ ਨਾ, ਜੇ ਉਸ ਸਟਰੀਟ ਦੇ ਵਿੱਚ ਫਾਇਰ ਵੀ ਹੋਵੇ, ਫਾਇਰ ਫਾਈਟਰ ਨਹੀਂ ਲੰਘ ਸਕਦੇ। ਸੋ ਦ ਸਟਰੀਟਸ ਬਿਕੇਮ ਨੈਰੋਅਰ। ਸੋ ਬਹੁਤ ਕੁਛ ਹੈਗਾ ਕਰਨ ਵਾਲਾ, ਤੇ ਆਉਂਦੇ ਮਹੀਨਿਆਂ ਦੇ ਵਿੱਚ ਪਲੇਟਫਾਰਮ ਨੂੰ ਤੁਸੀਂ ਦੇਖੋਗੇ, ਇਟ ਵਿਲ ਬੀ ਐਕਸਪੈਂਡਡ। ਬਟ ਅਸੀਂ ਇਸ ਸ਼ਹਿਰ ਨੂੰ ਐਸਾ ਬਣਾਉਣਾ ਆ ਵੀ ਇਹ ਸਾਈਲੋ ਨਾ ਬਣ ਜਾਵੇ, ਪਰ ਇੰਟੀਗ੍ਰੇਟਿਡ ਸਿਟੀ ਹੋਵੇ, ਪਰ ਕਮਿਊਨਿਟੀ ਬੇਸਡ। ਵੀ ਕਮਿਊਨਿਟੀਜ਼ ਨੂੰ ਹੋਣ ਵੀ ਸਾਡੇ ਇੱਥੇ ਆਲੇ ਦੁਆਲੇ ਸਭ ਕੁਛ ਹੈਗਾ ਆ। ਮੈਂ ਸਦਾ ਹੀ ਇੰਗਲੈਂਡ ਦਾ ਮਿਸਾਲ ਦਿੰਦੀ ਹੁੰਦੀ ਹਾਂ।
ਮੌਸ ਸਾਈਡ ਦੇ ਵਿੱਚ ਉਹਨਾਂ ਨੇ ਸੋਚਿਆ ਸੀਗਾ ਆਫਟਰ ਵਰਲਡ ਵਾਰ 2 ਤੇ ਉੱਥੇ ਬੜਾ ਹੀ ਖਰਾਬ ਸੀਗਾ ਤੇ ਉਹਨਾਂ ਨੇ ਸੋਚਿਆ ਵੀ ਇੱਥੇ ਟਾਵਰ ਬਿਲਡ ਕਰ ਦਿੰਦੇ ਆ। ਉਹਨਾਂ ਨੇ ਟਾਵਰ ਬਿਲਡ ਕਰਕੇ ਉੱਥੇ ਕੰਕਰੀਟ ਜੰਗਲ ਅਸੀਂ ਉਹਨੂੰ ਕਹਿਣ ਲੱਗ ਪਏ। ਅੱਛਾ ਜੀ। ਉਹਨਾਂ ਦਿਨਾਂ 'ਚ ਮੈਂ ਯੂਨੀਵਰਸਿਟੀ ਦੇ ਵਿੱਚ ਸੀਗੀ। ਉਹ ਜਦੋਂ ਕੰਕਰੀਟ ਜੰਗਲ ਤਾਂ ਬਣ ਗਿਆ ਪਰ ਨਾ ਆਲੇ ਦੁਆਲੇ ਕੋਈ ਪਲੇਇੰਗ ਫੀਲਡ, ਸਕੂਲ ਵੀ ਲਾਗੇ ਹੈ ਨਹੀਂ ਸੀ, ਕੁਛ ਨਹੀਂ ਸੀ ਆਲੇ ਦੁਆਲੇ। ਹੁਣ ਤੁਸੀਂ ਇੰਗਲੈਂਡ ਨੂੰ ਵਾਪਸ ਜਾਵੋ, ਇਹ ਗੱਲ ਮੈਂ ਕਰ ਰਹੀ ਹਾਂ 1970s ਦੀ, ਉਹਨਾਂ ਨੇ ਉਹਨਾਂ ਨੂੰ ਢਾਉਣਾ ਪਿਆ, make it not as high, make them 7 stories high, and then put parks in, put shops in, put services in, and make the community feel they owned it. They found that the vandalism was so high and the disconnectedness. So communities have to be connected. During COVID, that's one thing we learned. That as much as we need each other for emotional support, for social support, as well as for our work, for intellectual support. When you were working from home, you could not bounce ideas off your colleagues that you can when you're in a workplace. So building communities is important. ਜੀ ਜਿਨੇ ਜੀ ਇੱਕ ਚੀਜ਼ ਤੇ ਹੋਰ ਸੀਗਾ ਕਿ ਹਾਲਾਂਕਿ ਤੁਸੀਂ ਇਹ ਚੀਜ਼ ਨੂੰ ਹਜੇ ਵਕਤ ਲਿਆ, ਸਰੀ RCMP ਤੇ ਜਿਹੜਾ ਸਰੀ ਪੁਲਿਸ ਦਾ ਜਿਹੜਾ ਮਸਲਾ ਹੈਗਾ ਉਹਨੂੰ ਲੈ ਕੇ ਤੁਸੀਂ ਆਪਣਾ ਸਪਸ਼ਟ ਕੀਤੀ ਇਹ ਗੱਲ ਕਿ ਤੁਹਾਨੂੰ ਉਹਦੇ ਤੇ ਹਜੇ ਰਿਵਿਊ ਕਰਨਾ ਤੁਸੀਂ ਹੋਰ, ਪਰ ਉਹਦੇ ਤੇ ਕੋਈ ਤੁਸੀਂ ਹਜੇ ਟਿੱਪਣੀ ਨਹੀਂ ਕਰ ਰਹੇ। ਹੁਣ ਉਹਦੇ ਤੇ ਜਿੰਨਾ ਸੋਚਣ ਦਾ ਮੌਕਾ ਸੀਗਾ ਉਹ ਤਾਂ ਆਈ ਥਿੰਕ ਪਹਿਲਾਂ ਹੀ ਹੋ ਚੁੱਕਾ, ਕਿਉਂਕਿ ਪਹਿਲਾਂ ਹੀ ਇਹ ਲੰਬਾ ਬੜਾ ਪ੍ਰੋਸੈਸ ਚੱਲ ਗਿਆ। ਡਗ ਮੈਕਲਮ ਆਪਣਾ ਜੋ ਫਤਵਾ ਦੇਣਾ ਸੀ ਉਹ ਦੇ ਚੁੱਕੇ ਨੇ। ਬ੍ਰੈਂਡਾ ਲੋਕ ਹੈ ਉਹਨਾਂ ਨੇ ਕਲੀਅਰ ਕਰਤਾ ਵੀ ਜੇ ਉਹ ਮੇਅਰ ਆ ਜਾਂਦੇ ਨੇ ਤਾਂ ਉਹਨੂੰ ਬਿਲਕੁਲ ਹੀ ਹਟਾ ਦੇਣਗੇ ਸਰੀ ਪੁਲਿਸ ਨੂੰ, ਫੈਸਲੇ ਨੂੰ, ਤੇ ਉਹ ਦੂਜਾ ਫੈਸਲੇ ਦੇ ਉੱਤੇ ਬਰਕਰਾਰ ਰਹਿਣਗੇ। ਜਿਨੀ ਸਿਮਸ ਦਾ ਕੀ ਇਹਦੇ ਤੇ ਸਟੈਂਡ ਹੈ? ਕੋਈ ਤੁਹਾਡੀ ਆਪਦੀ ਮਤਲਬ, ਕਿਉਂਕਿ ਹੁਣ ਤੱਕ ਤੁਸੀਂ ਇਹ ਤੇ ਟਿੱਪਣੀ ਨਹੀਂ ਕਰ ਰਹੇ, ਪਰ ਅਸੀਂ ਚਾਹੁੰਦੇ ਹਾਂ ਕਿ ਸ਼ੋਅ ਦੇ ਵਿੱਚ ਤੁਸੀਂ ਇਸ ਤੇ ਗੱਲ ਕਰੋ ਕਿ ਐਟਲੀਸਟ ਤੁਸੀਂ ਵੈਸੇ ਇਹਨੂੰ ਮੁੱਦੇ ਨੂੰ ਕਿਵੇਂ ਸੋਚਦੇ ਹੋ, ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ? ਦੇਖੋ ਬਹੁਤ ਸੌਖਾ ਹੈਗਾ ਆ ਕੰਮ ਹੋਊਗਾ ਮੈਂ ਢਾ ਦਊਂਗਾ। ਦੂਸਰੇ ਕਹਿੰਦੇ ਆ ਕੰਮ ਹੋ ਕੇ ਰਹਿਣਾ, ਜੋ ਕੁਛ ਮਰਜ਼ੀ ਹੋ ਜਾਵੇ। ਇਹਨਾਂ ਗੱਲਾਂ ਦੇ ਨਾਲ ਕੋਈ ਹੱਲ ਨਹੀਂ ਲੱਜਦਾ। ਇਸ ਵਕਤ ਕਮਿਊਨਿਟੀ ਨੂੰ ਬਹੁਤ ਡਿਵਾਈਡ ਕੀਤਾ ਗਿਆ ਆ ਤੇ ਬਾਜੀ ਵੇਲੇ ਇਦਾਂ ਲੱਗਦਾ ਆ ਵੀ ਜਿਹੜੀ, ਮੈਂ ਨਹੀਂ ਕਹਿੰਦੀ ਹਰੇਕ, ਜਿਹੜੇ ਐਕਸਟ੍ਰੀਮ ਹੈਗੇ ਆ ਦੋਨਾਂ ਗਰੁੱਪਾਂ ਦੇ ਵਿੱਚ, ਮੈਂ ਦੋਨਾਂ ਨੂੰ ਦੋਸ਼ ਦਿੰਦੀ ਆ, ਦੋਨਾਂ ਨੇ ਹੀ ਇਸ ਇਸ਼ੂ ਨੂੰ ਰੇਸ਼ੀਅਲ ਅੰਡਰਟੋਨਸ ਦੇ ਦਿੱਤੇ ਆ, ਜਿਹਦੇ ਨਾਲ ਨੁਕਸਾਨ ਆ ਅੱਜ ਦਾ ਨਹੀਂ ਆਉਣ ਵਾਲੀ ਪੀੜ੍ਹੀਆਂ ਦਾ ਵੀ। ਜਿਹੜੀ ਪੁਲਿਸਿੰਗ ਹੁੰਦੀ ਆ, ਇਟਸ ਅਬਾਊਟ ਸੇਫਟੀ ਐਂਡ ਸਿਕਿਉਰਿਟੀ, that's what it's about. No politics in policing. There should not be. RCMP has served Surrey. Any council that comes in has a right to choose the kind of policing. The current council, unanimously, every one of them, 9 people, 8 plus the mayor, voted to have Surrey police. Work has started. Hiring has been done. There are people on the street working with the RCMP, right? ਪਰ ਇਸ ਵਕਤ ਜੇ ਤੁਸੀਂ ਗਰੁੱਪ A ਨੂੰ ਮਿਲਦੇ ਆ, ਉਹ ਤੁਹਾਨੂੰ ਇੱਕ ਸਟੋਰੀ ਦੱਸਦਾ ਆ ਵੀ ਕਿੱਥੇ ਤੱਕ ਟ੍ਰਾਂਜੀਸ਼ਨ ਪਹੁੰਚ ਗਿਆ ਆ, ਕਿੰਨਾ ਖਰਚਾ ਲੱਗਣਾ ਆ ਤੇ ਕਿੰਨੇ ਪੁਲਿਸ ਆਫਿਸਰਸ ਹੋਣੇ ਆ। ਜੇ ਦੂਸਰੇ ਗਰੁੱਪ ਨੂੰ ਮਿਲਦੇ ਆ, ਉਹ ਤੁਹਾਨੂੰ ਬਿਲਕੁਲ ਡਿਫਰੈਂਟ ਦੱਸਦੇ ਆ। ਇਸ ਵਕਤ ਲੱਗਦਾ ਆ ਉਹ 2 ਡਿਫਰੈਂਟ ਸ਼ਹਿਰਾਂ 'ਚ ਨਹੀਂ, ਉਹ 2 ਡਿਫਰੈਂਟ ਪਲੈਨਟਸ ਤੇ ਰਹਿ ਰਹੇ ਆ, 2 ਬਿਲਕੁਲ ਅਲੱਗ ਮੁਲਕਾਂ ਵਿੱਚ ਰਹਿ ਰਹੇ ਆ। ਵੀ ਜਿਹੜਾ ਬਾਹਰ ਬੰਦਾ ਆ ਉਹ ਕਹਿ ਹੀ ਨਹੀਂ ਸਕਦਾ ਵੀ ਕੀ ਹੋ ਰਿਹਾ ਆ। there is no agreement. ਹਾਂਜੀ। ਤੇ ਮੈਂ ਤਾਂ ਕਹਿੰਦੀ ਮੈਂ ਟੀਚਿੰਗ ਵਿੱਚ ਕੋਈ ਗੱਲ ਸਿੱਖੀ ਆ, ਅਨਾਉਂਸਮੈਂਟ ਕਰਨੇ ਬਹੁਤ ਸੌਖੇ ਹੁੰਦੇ ਆ, ਪਰ ਅਨਾਉਂਸਮੈਂਟ ਐਲਾਨ ਉਦੋਂ ਕਰੋ ਜਦੋਂ ਤੁਹਾਡੇ ਹੱਥ ਇਨਫੋਰਮੇਸ਼ਨ ਹੋਵੇ। ਜੀ। ਇਸ ਵਕਤ ਸਰੀ ਵਿੱਚ ਲੋਕ ਇੱਕੋ ਹੀ ਗੱਲ ਕਹਿੰਦੇ ਆ, ਉਹ ਕਹਿੰਦੇ ਜਿਹੜਾ ਮਰਜ਼ੀ ਹੋਵੇ, we need the information. ਸਾਨੂੰ ਪਤਾ ਹੋਣਾ ਚਾਹੀਦਾ ਵੀ ਆ ਇੰਨਾ ਚਿਰ ਹੋਰ ਲੱਗਣਾ ਆ, ਸਾਨੂੰ ਪਤਾ ਹੋਣਾ ਚਾਹੀਦਾ ਵੀ ਇੰਨਾ ਖਰਚਾ ਹੋਣਾ ਆ, ਸਾਨੂੰ ਪਤਾ ਲੱਗਣਾ ਚਾਹੀਦਾ ਆ ਵੀ ਸਾਡਾ ਟੈਕਸ ਬਰਡਨ ਕੀ ਹੋਊਗਾ। ਜੀ। ਇਹ ਦੱਸਾਂ ਇਟਸ ਅ ਰਾਈਟ ਲੋਕਾਂ ਦਾ। ਜੀ ਬਿਲਕੁਲ। ਵੀ ਸਾਨੂੰ ਪਤਾ ਹੋਵੇ, ਫਿਰ whatever decision। ਇਹ ਨਹੀਂ ਜਿਹੜਾ ਆਮ ਇਨਸਾਨ ਮੈਨੂੰ ਮਿਲਣ ਆਉਂਦਾ ਆ,
ਮੈਂ ਬਿਲਕੁਲ ਨਹੀਂ ਦੇਖਿਆ ਵੀ ਆਪਣੇ ਲੋਕ ਜ਼ਿਆਦਾ ਚਾਹੁੰਦੇ ਆ ਵੀ ਸਾਡੀ ਪੁਲਿਸ ਰਵੇ, ਵੀ ਆਪਣੀ ਸਰੀ ਪੁਲਿਸ ਹੋਵੇ, ਤੇ ਜਿਹੜੇ ਸਾਰੇ ਆਪਣੇ ਨਾਨ ਸਾਊਥ ਏਸ਼ੀਅਨ ਆ ਉਹ ਚਾਹੁੰਦੇ RCMP ਰਵੇ। ਮੇਰੇ ਆਫਿਸ ਵਿੱਚ ਮੈਂ ਤਾਂ ਇਕੁਅਲੀ ਦੇਖਿਆ, ਨੰਬਰ ਸਪਲਿਟ ਹੈਗੇ ਆ, ਪਰ ਜਦੋਂ ਤੁਸੀਂ ਬਾਹਰ ਮੀਡੀਆ ਵਿੱਚ ਸੁਣੋ, ਬੇਸ਼ੱਕ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਸੁਣੋ, ਉਹਦੇ ਵਿੱਚ ਸਦਾ ਹੀ ਰੇਸ਼ੀਅਲ ਅੰਡਰਟੋਨਸ ਹੁੰਦੇ ਆ। ਉਹ ਸਾਡੀ ਸਮਾਜ ਲਈ ਬਹੁਤ ਹੀ ਵੱਡਾ ਖਤਰਾ ਆ, ਦੋਨੋਂ ਪਾਸਿਆਂ ਲਈ। ਤਾਂਹੀਓ ਹੀ ਐਵਰੀਬਾਡੀ, ਮੈਂ ਉਹਨਾਂ ਨੂੰ ਕਹਿੰਦੀ ਆ, ਥੋੜਾ ਤਵੇ ਤੇ ਜਿਹੜੀ ਅੱਗ ਲੱਗੀ ਆ ਨਾ, ਉਹਨੂੰ ਥੱਲੇ ਕਰੋ। ਇਹ ਜਿਹੜਾ ਇਸ਼ੂ ਆ, ਡੂ ਨਾਟ ਮੇਕ ਇਟ a political issue, ਇਸ ਇਸ਼ੂ ਨੂੰ ਡੇਟਾ ਇਨਫੋਰਮੇਸ਼ਨ ਪ੍ਰੋਵਾਈਡ ਕਰੋ and then keep moving। ਮੂਵ ਕਿਸ ਪਾਸੇ ਨੂੰ ਹੋਊਗੀ? ਜਿੰਨਾ ਚਿਰ ਤੁਹਾਡੇ ਕੋਲ ਡੇਟਾ ਇਨਫੋਰਮੇਸ਼ਨ ਹੈ ਨਹੀਂ, ਬੇਵਕੂਫ ਇਨਸਾਨ ਹੋਊਗਾ ਜਿਹੜਾ ਕਹੂਗਾ ਵੀ ਮੈਂ ਤਾਂ ਛਾਲ ਮਾਰਨੀ ਹੈ। ਪਰ ਵੈਸੇ ਹੁਣ ਤੱਕ ਤੁਸੀਂ ਅਰਾਊਂਡ ਕੀ ਦੇਖਿਆ? ਮਤਲਬ ਜੇ ਤਬਦੀਲੀ ਦੀ ਲੋੜ ਪਈ ਕਿਸੇ ਵਜ੍ਹਾ ਕਰਕੇ ਤਾਂ ਪਈ ਹੈ ਨਾ, ਵੀ ਸਰੀ ਪੁਲਿਸ ਦੀ ਡਿਮਾਂਡ ਹੋਣ ਲੱਗੀ, ਤੁਹਾਡਾ ਵੈਸੇ ਦੇਖੋ ਆਪਣਾ ਕੀ ਸੋਚ ਹੈ ਇਹਦੇ ਤੇ? ਡਗ ਮਖਾਲਮ ਨੇ ਕਿਹਾ ਸੀਗਾ ਵੀ ਸਾਨੂੰ ਆਪਣੀ ਪੁਲਿਸ ਹੋਣੀ ਚਾਹੀਦੀ ਆ। ਆਪਣੀ ਕਮਿਊਨਿਟੀ ਵਿੱਚ ਵੀ ਕਾਫੀ ਸੀਗਾ ਵੀ ਜੇ ਸ਼ਾਇਦ ਆਪਣੀ ਪੁਲਿਸ ਹੋਵੇ, ਜਿਹੜੇ ਡਰੱਗਸ ਤੇ ਐਲਕੋਹਲ ਤੇ ਬਾਕੀ ਸਾਡੇ ਬੱਚੇ ਮਰ ਰਹੇ ਆ ਨਾ ਉਹਨਾਂ ਨੂੰ। ਪਰ ਐਂਡ ਤੇ ਜਾ ਕੇ ਇਹ ਕਾਉਂਸਲ ਦਾ ਹੱਕ ਹੈਗਾ ਆ, ਉਹਨਾਂ ਨੇ ਡਿਸੀਜਨ ਬਣਾ ਲਿਆ, ਪ੍ਰੋਸੈਸ ਇਜ਼ ਬਿਗਨ। ਮੈਂ ਉਹਦੇ ਤੇ ਹੁਣ ਉਂਗਲੀ ਉਠਾਉਣ ਦਾ ਕੋਈ ਲੋੜ ਹੈ ਨਹੀਂ ਗੀ। ਮੇਰਾ ਤਾਂ ਇਹੀ ਆ ਵੀ ਹੁਣ ਅੱਗੇ ਕਿੱਦਾਂ ਸਾਰਿਆਂ ਨੂੰ ਜੋੜੀਏ। ਪੁਲਿਸਿੰਗ ਇਸ਼ੂ ਐਸਾ ਹੈ ਨਹੀਂ, ਮੈਂ ਬਹੁਤ ਚਿਰ ਪਹਿਲਾਂ ਵੀ ਕਹਿੰਦੀ ਹੁੰਦੀ ਸੀਗੀ ਨਾ, ਜਿਹੜਾ ਗੈਂਗ ਇਸ਼ੂ ਆ ਯੂਨੀਫਾਰਮ ਬਦਲਦੇ, ਰੰਗ ਬਦਲਦੇ ਨਾਲ ਹੱਲ ਹੋਣਾ ਆ, ਤੇ ਨਾ ਪਹਿਲੇ ਨਾਲ। ਜਿਹੜੀ ਸਾਡੀ ਇੰਟੀਗ੍ਰੇਟਿਡ ਗੈਂਗ ਯੂਨਿਟ ਹੈਗੀ ਆ, ਉਹਦੇ ਵਿੱਚ VPD ਵਾਲੇ ਵੀ ਆ, ਉਹ ਵੀ ਲੋਕਲ ਪੁਲਿਸ ਆ, ਡੈਲਟਾ ਵਾਲੇ ਆ, ਉਹ ਵੀ ਲੋਕਲ ਪੁਲਿਸ ਆ, ਐਬਟਸਫੋਰਡ ਵਾਲੇ ਆ, ਉਹ ਵੀ ਲੋਕਲ ਪੁਲਿਸ ਆ, ਸਰੀ ਵਾਲੇ ਆ, ਉਹ RCMP ਆ, ਤੇ ਆਪਣੇ ਰਿਚਮੰਡ ਵਾਲੇ ਵੀ ਆ, ਉਹ ਵੀ RCMP ਆ। ਉਹ ਜਿਹੜੀ ਟੀਮ ਬਣੀ ਆ, ਉਹ ਸਾਰਿਆਂ ਦੀ ਬਣੀ ਆ। ਸੋ ਇਹ ਨੇ ਵੀ ਇੱਕ ਦੂਸਰੇ ਵੱਲ ਉਂਗਲੀ ਉਠਾ ਸਕਦੇ ਆ। ਜੇ ਹਲਚਲ ਹੁੰਦੀ ਆ ਪੁਲਿਸ ਦੇ ਨਾਲ, ਸਵਾਲ ਉੱਠਦੇ ਆ, ਉਹ ਵੈਨਕੂਵਰ ਵੀ ਹੁੰਦੀ ਆ, ਬਰਨਬੀ ਵੀ ਹੁੰਦੀ ਆ, ਸਰੀ ਵੀ ਹੁੰਦੀ ਆ, ਐਬਟਸਫੋਰਡ ਵੀ ਹੁੰਦੀ ਆ। ਸੋ ਪਰ ਆ ਜਿਹੜਾ ਇਸ਼ੂ ਪੋਲਿਟਿਸਾਈਜ਼ ਕੀਤਾ ਗਿਆ ਆ, ਮੈਂ ਸਾਰਿਆਂ ਦੇ ਮੂਹਰੇ ਇੱਕੋ ਹੀ ਬੇਨਤੀ ਕਰਦੀ ਆ, ਸਿਰਫ ਇਹਨੂੰ turn down the temperature, ਟੇਬਲ ਤੇ ਬੈਠ ਕੇ ਇਹ ਕਹੋ the process has started, ਇੱਥੇ ਤੱਕ ਪਹੁੰਚੀ ਆ, ਇੰਨਾ ਖਰਚਾ ਹੁਣ ਤੱਕ ਹੋ ਗਿਆ, ਇੰਨਾ ਖਰਚਾ ਗਾਂ ਤੱਕ ਲੱਗਣਾ ਆ। ਤੁਹਾਨੂੰ ਸਿੰਪਲ ਜਿਹੀ ਗੱਲ ਦੱਸ ਦਿੰਨੀ ਆ, ਇੱਕ ਗਰੁੱਪ ਨਾਲ ਮਿਲੋ, ਉਹ ਕਹਿੰਦੇ transition will be complete in 4 years। ਦੂਸਰੇ ਗਰੁੱਪ ਨਾਲ ਮਿਲੋ, ਉਹ ਕਹਿੰਦੇ it will take 8 years। ਫਿਰ ਉਹਨਾਂ ਕੋ ਮੁੜ ਕੇ ਜਾਵੋ, ਆ ਕਹਿੰਦੇ 8, ਉਹ ਕਹਿੰਦੇ well maybe 4 to 6। ਇਹਨਾਂ ਕੋ ਮੁੜ ਕੇ ਜਾਵੋ, ਉਹ ਕਹਿੰਦੇ maybe 8 to 10। ਕਿੰਨਾ ਪੈਸਾ ਲੱਗਾ ਆ ਹਾਲੇ ਤੱਕ? ਇਹ ਨਹੀਂ ਵੀ ਪੁਲਿਸਿੰਗ ਦਾ ਪੈਸਾ ਤਾਂ ਆਪਾਂ ਕਹਿ ਸਕਦੇ ਵੀ ਪੁਲਿਸਿੰਗ ਤੇ ਕਿੰਨਾ ਲੱਗਾ ਗਿਆ ਆ, ਸਿਟੀ ਦਾ ਬਾਕੀ ਡਿਪਾਰਟਮੈਂਟਾਂ ਵਿੱਚੋਂ ਕਿੰਨਾ ਪੈਸਾ ਲੱਗਾ ਗਿਆ ਆ ਟ੍ਰਾਂਜੀਸ਼ਨ ਤੇ। ਇਹ ਹੱਕ ਹੈਗਾ ਆ ਲੋਕਾਂ ਨੂੰ, ਲੋਕਾਂ ਦੇ ਸਵਾਲ ਜਾਇਜ਼ ਆ ਜੀ, ਤੇ ਕਰੰਟ ਕਾਉਂਸਲ ਦੀ ਜ਼ਿੰਮੇਵਾਰੀ ਹੈਗੀ ਆ ਇਹ ਸਾਰਾ ਇਨਫੋਰਮੇਸ਼ਨ ਲੋਕਾਂ ਦੇ ਮੂਹਰੇ ਰੱਖ ਦੇਣ। ਆ ਫਿਰ ਜਿਹੜਾ ਸਾਰਾ ਵੀ ਡਿਵੀਜ਼ਨ ਸਾਈਲੋਜ਼ ਹੁੰਦੇ ਆ ਨਾ, ਸ਼ਾਇਦ ਉਹ ਖਤਮ ਹੋ ਜਾਣ, ਹੋਰ ਕੁਝ ਕਰਨ ਦੀ ਲੋੜ ਹੀ ਨਾ ਪਵੇ, ਪਰ ਉਹ ਇਨਫੋਰਮੇਸ਼ਨ ਦੀ ਜ਼ਰੂਰਤ ਹੈਗੀ ਆ ਲੋਕਾਂ ਦੇ। ਅਸੀਂ ਇੱਥੇ ਗੱਲ ਕਰ ਰਹੇ ਹਾਂ ਤਾਂ ਲੋਕਾਂ ਦਾ ਇੱਕ ਹੋਰ ਸਵਾਲ ਹੈਗਾ ਜਿਨੀ ਜੀ, ਉਹ ਕਹਿੰਦੇ ਨੇ ਕਿ ਸਿਟੀ ਨੂੰ, ਸਿਟੀ ਮੇਅਰ ਹੈ ਚਾਹੇ ਕੋਈ ਵੀ ਬਣ ਜਾਏ, ਕੋਈ ਕਾਉਂਸਲਰ ਹੈ, ਕੋਈ ਮੇਅਰ ਹੈ, ਕਹਿੰਦੇ ਸਿਟੀ ਨੂੰ ਚਲਾਉਂਦੀਆਂ ਤਾਂ ਕੋਈ ਪਿੱਛੇ ਵਾਲੀਆਂ ਹੋਰ ਤਾਕਤਾਂ ਹੁੰਦੀਆਂ ਨੇ। ਤੁਸੀਂ ਇਹ ਗੱਲ ਮੰਨਦੇ ਹੋ ਕਿ ਕੋਈ ਦਬਾਅ ਤੁਹਾਡੇ ਤੇ ਵੀ ਤੁਹਾਨੂੰ ਲੱਗਦਾ ਕੋਈ ਹੈ? ਮੈਂ 9 ਸਾਲਾਂ ਦੀ ਸੀਗੀ ਉਦੋਂ ਦਾ ਬਹੁਤ ਸਾਰਿਆਂ ਨੇ ਕੀਤਾ ਮੇਰੇ ਉੱਪਰ ਦਬਾਅ ਪਾਉਣ ਦੀ। ਬੇਸ਼ੱਕ ਦੀ ਮੇਰੀ ਲਾਈਫ ਸਕੂਲ ਦੇ ਵਿੱਚ ਸੀਗੀ, ਉਹਨਾਂ ਦਿਨਾਂ ਦੇ ਵਿੱਚ ਟੂ ਪਲੇ ਹਾਕੀ, ਗੈਟ ਅ ਬਲੈਕ ਬੈਲਟ ਇਨ ਜੂਡੋ, ਡੂ ਫੈਂਸਿੰਗ। ਤੇ ਜਦੋਂ ਮੈਂ ਫਿਰ ਟੀਚਰ ਵੀ ਬਣੀ ਆ ਨਾ, ਉਦੋਂ ਵੀ ਲੋਕਾਂ ਨੇ ਸੋਚਿਆ ਸੀਗਾ, ਉਦੋਂ ਵੀ ਮੈਂ 71 ਲੋਕਲ ਯੂਨੀਅਨਸ ਹੁੰਦੇ ਸੀ ਟੀਚਰਾਂ ਦੇ, ਉਹਨਾਂ ਨੂੰ ਇਕੱਠੇ ਕੀਤਾ, ਇੱਕ ਪੇਜ ਤੇ ਲੈ ਕੇ ਆਂਦਾ। ਫਿਰ ਲੇਬਰ ਮੂਵਮੈਂਟ, ਪ੍ਰਾਈਵੇਟ ਐਂਡ ਪਬਲਿਕ ਸੈਕਟਰ ਯੂਨੀਅਨਸ ਦੇ ਨਾਲ ਵਧੀਆ ਕੰਮ ਕੀਤੇ, ਬਿਲਟ ਅ ਟੀਮ ਵਿਦ ਦਮ। ਇਹ ਨਹੀਂ ਮੈਂ ਆਪਣੇ ਆਪ 'ਚ, ਮੈਨੂੰ ਮੇਰੇ ਕੋਲ ਉਹ ਐਕਸਪੀਰੀਅੰਸ ਹੈਗਾ ਆ, ਪਰ ਸਾਰਿਆਂ ਨੂੰ ਪਤਾ ਹੈ ਬੇਸ਼ੱਕ ਦੀ ਗੋਰਡਨ ਕੈਂਪਬੈਲ ਹੋਵੇ ਤੇ ਬੇਸ਼ੱਕ ਦੀ
ਹੋਰ ਕੋਈ ਹੋਵੇ। ਨਾ ਮੈਨੂੰ ਧਮਕਾ ਕੇ ਮੈਂ ਪਿੱਛੇ ਹੋਣਾ ਤੇ ਨਾ ਹੀ ਮੇਰੇ ਕੋਈ ਕਹਿ ਸਕਦਾ ਵੀ ਪਿੱਛੇ ਕੋਈ ਹੋਊਗਾ ਵੀ ਜਿਹੜਾ ਡਿਸਾਈਡ ਕਰੂਗਾ ਵੀ ਸਰੀ ਲਈ ਕੀ ਹੋਣਾ ਆ। ਜੇ ਲੋਕਾਂ ਨੇ ਵੋਟ ਜਿਨੀ ਨੂੰ ਪਾਈ ਤੇ ਜਿਨੀ ਆਪ ਸਿਟੀ ਕਾਉਂਸਲ ਦੇ ਨਾਲ ਰਲ ਮਿਲ ਕੇ ਡੈਮੋਕ੍ਰੈਟਿਕਲੀ ਡਿਸੀਜਨਸ ਬਣਨਗੇ ਤੇ ਲੋਕਾਂ ਨੂੰ ਇਨਵੋਲਵਡ ਕਰੂੰਗੀ। ਜਿਹੜੀਆਂ ਕਮੇਟੀਆਂ ਸਾਰੀਆਂ ਬੰਦ ਕੀਤੀਆਂ ਗਈਆਂ ਉਹਨਾਂ ਨੂੰ ਫੇਰ ਚਾਲੂ ਕਰਾਂਗੇ ਤੇ ਲੋਕਾਂ ਦੀ ਰਾਏ ਵੀ ਪੁੱਛਾਂਗੇ ਤੇ ਉਹਨਾਂ ਦੇ ਨਾਲ ਹੀ ਤੁਰਾਂਗੇ। ਮੈਂ 19 ਸਾਲਾਂ ਦੀ ਸੀਗੀ ਤੇ ਯੂਨੀਵਰਸਿਟੀ ਵੀ ਗਈਆਂ, ਸਾਰੇ ਕੰਮ ਕੀਤੇ ਆ, ਪਰ ਅੱਜ ਤੱਕ ਕਿਸੇ ਨੇ ਕਿਹਾ ਨਹੀਂ ਵੀ ਜਿਨੀ ਦੇ ਪਿੱਛੇ ਕੋਈ ਬੰਦਾ ਹੈਗਾ ਜਾਂ ਕੋਈ ਔਰਤ ਹੈਗੀ ਆ ਵੀ ਜਾਂ ਕੋਈ ਗਰੁੱਪ ਹੈਗਾ ਆ ਵੀ ਜਿਹੜਾ ਜਿਹਦੇ ਕਹੇ ਤੇ ਉਧਰ ਨੂੰ ਚੱਲਦੀ ਆ। ਸਾਡੀ ਟੀਮ ਚੁਣਨ ਦਾ ਦੇਖ ਲਓ ਜੀ, ਆ ਜਿਹੜੀ ਅਸੀਂ ਅਨਾਉਂਸ ਕੀਤੀ ਆ ਨਾ ਉਹਦੇ ਵਿੱਚ ਵੀ ਇੰਡੀਪੈਂਡੈਂਟਲੀ ਕੀਤੀ ਗਈ ਆ ਸਰੀ ਫੋਰਵਰਡ ਦੇ ਨਾਲ। ਉਹਦੇ ਵਿੱਚ ਕੋਈ ਵੀ ਜਿਹੜਾ ਮੇਰਾ ਜਾਣ ਪਛਾਣ ਸੀਗਾ ਜੀ ਖਾਸ ਬੰਦੇ ਜਿਹੜੇ ਵੀ ਲੋਕ ਕਹਿੰਦੇ ਆ ਉਹ ਨਹੀਂ ਸੀ, ਨਾ ਹੀ ਉਹਨਾਂ ਨੂੰ ਪਤਾ ਲੱਗਾ ਜਿੰਨਾ ਚਿਰ ਅਨਾਉਂਸਮੈਂਟ ਨਹੀਂ ਹੋਈ। ਓਕੇ ਜੀ, ਇੱਕ ਕਾਲਰ ਜੁੜ ਰਹੇ ਨੇ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰੀ ਸਤਿ ਸ੍ਰੀ ਅਕਾਲ। ਤੁਹਾਡੇ ਗੈਸਟ ਆਪਣੇ ਜਿੰਨੀ ਭੈਣ ਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਨਾਲ ਤੁਹਾਨੂੰ ਮੈਂ ਪਹਿਲਾਂ ਤਾਂ ਵਧਾਈ ਦਿੰਦਾ ਕਿ ਤੁਸੀਂ ਕੈਂਡੀਡੇਟ ਦੇ ਲਈ ਸਰੀ ਆਫ ਜਿਹੜਾ ਸਿਟੀ ਆਫ ਸਰੀ ਦੀ ਮੇਅਰ ਦੀ ਇਲੈਕਸ਼ਨ ਲੜ ਰਹੇ ਆ। ਪਰ ਮੇਰੇ ਇੱਕ ਦੋ ਤੁਹਾਨੂੰ ਸਵਾਲ ਹੈ, ਕਿਉਂਕਿ ਸਭ ਤੋਂ ਮੇਰਾ ਪਹਿਲਾ ਸਵਾਲ ਤਾਂ ਇਹ ਹੈ ਕਿ ਜਿਸ ਮਿਊਨਿਸਪੈਲਿਟੀ ਦੇ, ਕਿਉਂਕਿ ਤੁਸੀਂ ਪੋਲੀਟੀਕਲੀ ਕਾਫੀ, ਤੁਸੀਂ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ, ਤੁਸੀਂ MLA ਵੀ ਰਹੇ ਆ, ਤੁਸੀਂ ਟੀਚਿੰਗ ਯੂਨੀਅਨ 'ਚ ਵੀ ਰਹੇ ਆ। ਮੇਰੇ ਥੋੜੇ ਜਿਹੇ ਪੋਲੀਟੀਕਲ ਸਿਸਟਮ ਦੇ ਉੱਤੇ ਥੋੜੇ ਜਿਹੇ ਸਵਾਲ ਆ। ਹਾਂਜੀ, ਸਭ ਤੋਂ ਪਹਿਲਾਂ ਤਾਂ ਵੱਡਾ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਵੋਟਿੰਗ ਆ, ਵੋਟਿੰਗ ਦੇ ਨਾਲ ਹੀ ਆਪਾਂ ਸਰਕਾਰਾਂ ਬਣਾਉਣਾ ਤੇ ਆਪਣੇ ਰਾਈਟਸ ਨੂੰ ਆਪਾਂ ਸਟੈਂਡ ਕਰਦੇ ਆ। ਤੇ ਸਭ ਤੋਂ ਵੱਡੀ ਟ੍ਰੈਜਡੀ ਇਹ ਹੈ ਕਿ ਸਿਟੀ ਆਫ ਸਰੀ ਦੀ ਜਿਹੜੀ 2018 ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੀ ਵੋਟ ਪੋਲ ਹੋਈ ਆ ਉਹ ਬਹੁਤ ਘੱਟ ਹੋਈ ਆ। ਜਦੋਂ ਵੋਟ ਹੀ ਨਹੀਂ ਪੈਂਦੀ ਤੇ ਜਾਂ 32% ਜਾਂ 33% ਵੋਟ ਪੈਂਦੀ ਹੈ ਤੇ ਇਹਦਾ ਮਤਲਬ ਕਿ ਜਿਹੜੇ ਲੋਕ ਸਿਟੀ ਦੇ ਵਿੱਚ ਰਹਿਣ ਵਾਲੇ ਆ ਉਹ ਆਪਣੇ, ਉਹਨਾਂ ਨੂੰ ਰਾਈਟਸ ਦਾ ਤਾਂ ਕੀ ਪਤਾ, ਉਹ ਇੰਟਰਸਟ ਹੀ ਨਹੀਂ ਲੈਂਦੇ। ਜਿੰਨਾ ਚਿਰ ਜਿਹੜੇ ਰਹਿਣ ਵਾਲੇ ਲੋਕ ਆ, ਪਬਲਿਕ ਆ, ਉਹ ਪੋਲੀਟੀਕਲੀ ਇੰਟਰਸਟ ਹੀ ਨਹੀਂ ਲੈਂਦੀ ਤੇ ਫਿਰ ਆਪਾਂ ਜੇ ਗਰੁੱਪ ਬਣਾ ਕੇ, ਕਿਉਂਕਿ ਤੁਸੀਂ ਤਾਂ ਹਜੇ ਇਲੈਕਸ਼ਨ ਲੜ ਰਹੇ ਆ, ਤੁਸੀਂ ਤਾਂ, ਮੈਂ ਤੁਹਾਨੂੰ ਤਾਂ ਸਵਾਲ ਇਹ ਕਰੂੰਗਾ ਨਹੀਂ ਵੀ ਉੱਥੇ ਆਹ ਜਿਹੜੀ ਟਰੈਕਿੰਗ ਹੈ ਸਿਸਟਮ ਦੀ, ਇੰਜੀਨੀਅਰ ਡਿਪਾਰਟਮੈਂਟ ਦੀ ਜਾਂ ਹੋਰ ਵਟਐਵਰ ਪੁਲਿਸ ਦੀ, ਕਿਉਂਕਿ ਤੁਸੀਂ ਤਾਂ ਹਜੇ ਸੱਤਾ ਦੇ ਵਿੱਚ ਹੈ ਨਹੀਂ। ਪਰ ਤੁਸੀਂ ਸੱਤਾ ਦੇ ਵਿੱਚ ਆਉਣਾ, ਤੁਸੀਂ ਆਪਣਾ ਇੱਕ ਤਾਂ ਇੰਡੀਵਿਜੂਅਲ ਪ੍ਰੋਗਰਾਮ ਦੱਸ ਕੇ ਜਾਓ ਵੀ ਤੁਹਾਡਾ ਇੰਡੀਵਿਜੂਅਲ ਪ੍ਰੋਗਰਾਮ ਕੀ ਹੈ। ਕਿਉਂਕਿ ਜੇ ਤੁਸੀਂ ਹੁਣ ਟੀਚਿੰਗ ਦੇ ਵਿੱਚ ਉਹ ਕੰਮ ਗਿਣੋਗੇ ਤਾਂ ਉਹ ਤਾਂ ਫਿਰ ਬਹੁਤ ਵੱਡੀ ਚੀਜ਼ ਬਣ ਜੂਗੀ। ਤੁਸੀਂ ਦੱਸੋ ਵੀ ਤੁਹਾਡਾ, ਕਿਉਂਕਿ ਹੁਣ ਤੁਸੀਂ ਮੇਅਰ ਦੀ ਇਲੈਕਸ਼ਨ ਲੜਨੀ ਹੈ, ਤੁਹਾਡਾ ਇੰਡੀਵਿਜੂਅਲ ਪ੍ਰੋਗਰਾਮ ਕੀ ਹੈ। ਉਹਦੇ ਵਿੱਚ ਟਰੈਕਿੰਗ ਹੈ, ਜਿਹੜਾ ਇੰਗਲਿਸ਼ ਦਾ ਸ਼ਬਦ ਹੈ ਕਿ ਟਰੈਕ ਕਰਨਾ ਕਿਸੇ ਚੀਜ਼ ਨੂੰ। ਹੁਣ ਮੈਂ ਵੀ ਇੱਥੇ 40 ਸਾਲ ਦਾ ਰਹਿਣਾ, ਮੈਂ ਬਿਜ਼ਨਸ ਵੀ ਕੀਤਾ ਕੰਸਟਰਕਸ਼ਨ ਦੇ ਵਿੱਚ। ਜਿਹੜੀ ਟਰੈਕਿੰਗ ਆ ਉਹ ਇੰਨੀ ਮਾੜੀ ਆ, ਉਹ ਅਨਐਜੂਕੇਟਡ ਹੈ। ਹੁਣ ਸਭ ਤੋਂ ਵੱਡਾ ਸਵਾਲ ਇੱਕ ਹੋਰ ਮੈਂ ਤੁਹਾਨੂੰ ਕਰੂੰਗਾ ਕਿ ਜਿਹੜਾ ਚਿੱਟਾ ਹਾਥੀ ਬੰਨਿਆ ਜਦੋਂ ਬਿਲਡਿੰਗ ਬਣਾਈ ਹੈ ਉਹਦੇ ਤੇ ਜਿਹੜਾ ਓਵਰ ਬਜਟ ਮਨੀ ਜਿਹੜੀ ਲੱਗੀ ਆ, ਜਿਹਨੂੰ ਐਨ ਠੰਡੇ ਵਾਸਤੇ ਵਿੱਚ ਉਹ ਲੋਕ ਇਹ ਪਾ ਦਿੰਦੇ ਆ ਇਹਨਾਂ ਇਸ਼ੂਆਂ ਨੂੰ, ਕਿਉਂਕਿ ਕਹਿੰਦਾ RCMP ਚਾਹੀਦੀ ਆ, ਕੋਈ ਕਹਿੰਦਾ ਦੂਜਾ ਚਾਹੀਦੀ ਆ। ਜਿਵੇਂ ਤੁਸੀਂ ਆਪ ਹੀ ਦੱਸ ਕੇ ਗਏ ਕਿ ਇੱਕ ਦੂਜੇ ਤੇ ਬਲੇਮਬਾਜ਼ੀ ਨਹੀਂ ਕਰਨੀ ਚਾਹੀਦੀ, ਕਿਉਂਕਿ ਹੁਣ ਸਮੇਂ ਦੇ ਵਿੱਚ ਜਿਹੜੀ ਜਨਰੇਸ਼ਨ ਆਊਗੀ ਤੁਹਾਨੂੰ ਸਵਾਲ ਕਰਨ ਵਾਲੀ, ਉਹ ਇਹ ਸਵਾਲ ਇੰਡੀਵਿਜੂਅਲ ਨਹੀਂ ਕਰੂਗੀ, ਕਿਉਂਕਿ ਲੋਕ ਸੈਲਫਿਸ਼ਨੈਸ ਤੋਂ ਬਾਹਰ ਜਾ ਰਹੇ ਆ। ਸਾਡੀ ਜਨਰੇਸ਼ਨ ਤਾਂ ਇਹ ਆ ਵੀ ਇਲਾਕਾ ਡਿਵੈਲਪ ਕਰ ਲਓ, ਆਪਦੇ ਪੈਸੇ ਬਣਾ ਲਓ, ਆਪਦੇ ਬੱਚਿਆਂ ਨੂੰ UGC ਦੇ ਵਿੱਚ ਕਨੈਕਸ਼ਨਾਂ ਨਾਲ ਐਡਮਿਸ਼ਨਾਂ ਦਵਾ ਲਓ। ਕਿੰਨੇ ਕੁ ਕੇਸ ਮੈਂ ਗਣਾਵਾਂ ਤੁਹਾਨੂੰ, ਮੈਂ ਲਾਸਟ ਟਾਈਮ ਵੀ ਇਹ ਕੁਐਸਚਨ ਕੀਤਾ ਸੀ। ਹਾਂ, ਤੁਸੀਂ ਜੇ ਕੰਮ ਕਰਨਾ ਮੰਗਦੇ ਆ, ਪਬਲਿਕ ਜਿਹੜਾ ਕੈਰੀਅਰ ਆ, ਮੈਂ ਵੀ ਪੋਲੀਟੀਕਲੀ ਬੰਦਾ ਰਿਹਾ, ਮੈਂ ਕਮਿਊਨਿਜ਼ਮ ਪੜ੍ਹਿਆ 9 ਗ੍ਰੇਡ ਦੇ ਵਿੱਚ, ਮੈਂ ਕਮਿਊਨਿਜ਼ਮ ਦੀ ਸਾਰੀ ਸਟੱਡੀ ਕੀਤੀ ਸੀਗੀ ਕਿ ਕਮਿਊਨਿਜ਼ਮ ਸਿਸਟਮ ਜਿਹੜਾ ਬੰਦਾ ਪੜ੍ਹਦਾ ਉਹ ਕੈਪੀਟਲ ਸਿਸਟਮ ਦੇ ਅਗੇਂਸਟ ਕੁਐਸਚਨ ਕ੍ਰੀਏਟ ਕਰ ਸਕਦਾ, ਉਹਨੂੰ ਸਿਸਟਮ ਦਾ ਪਤਾ ਹੁੰਦਾ ਕਿ ਸਿਸਟਮ ਵਰਕ ਕਿਵੇਂ ਕਰਦਾ। ਹੁਣ ਮੈਨੂੰ ਇੱਥੇ ਤੁਸੀਂ ਮੇਰੇ, ਕਿਉਂਕਿ ਮੈਂ ਥੋੜਾ ਸਮਾਂ ਨਹੀਂ ਲੈਣਾ ਮੰਗਦਾ, ਤੁਸੀਂ ਇਹ ਆਪਣਾ ਇੰਡੀਵਿਜੂਅਲ ਪ੍ਰੋਗਰਾਮ ਦੇ ਕੇ ਜਾਓ ਕਿ ਤੁਸੀਂ ਮੈਨੂੰ ਵੋਟ ਇਸ ਲਈ ਪਬਲਿਕ ਨੂੰ ਦੱਸੋ ਵੀ ਤੁਸੀਂ ਭਾਈ ਵੋਟ ਪਾਓ, ਵੱਧ ਤੋਂ ਵੱਧ ਮੈਂ ਖੜ ਰਹੀ ਹਾਂ ਔਰ ਮੈਂ ਇੰਡੀਵਿਜੂਅਲ ਮੇਰਾ ਆਹ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਰਾ ਕੁਝ ਹੀ ਆ ਜਾਊਗਾ। ਇਹੋ ਜਿਹਾ ਪ੍ਰੋਗਰਾਮ ਤੁਸੀਂ ਜੇ ਤੁਹਾਡੇ ਮਾਈਂਡ ਦੇ ਵਿੱਚ ਹੈਗਾ, ਕਿਉਂਕਿ ਤੁਸੀਂ ਪੋਲੀਟੀਕਲੀ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਤੁਸੀਂ ਮੇਰੇ ਆਪ ਦੇ ਕੰਸਟੀਟਿਊਸ਼ਨ ਦੇ ਮੈਂਬਰ ਆਫ ਪਾਰਲੀਮੈਂਟ ਰਹੇ ਆ 4 ਸਾਲ, ਉਹ ਚੀਜ਼ਾਂ ਸਾਰੀਆਂ ਹੁਣ ਤੁਹਾਡੀ, ਇੱਕ ਜਦੋਂ MP, ਇੱਕ MLA, ਇੱਕ ਮਿਨਿਸਟਰ ਆ ਕੇ ਮਿਊਨਿਸਪੈਲਿਟੀ ਦੀ ਇਲੈਕਸ਼ਨ ਲੜਦਾ ਤਾਂ ਉਹਦੇ ਕੋਲੇ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ
ਨਵੀਆਂ ਚੀਜ਼ਾਂ ਲਿਆ ਸਕਦਾ। ਉਹਦੇ ਬਾਰੇ ਪਲੀਜ਼ ਤੁਸੀਂ ਦੱਸ ਕੇ ਜਾਓ, ਉਹਦੇ ਵਿੱਚ ਹੀ ਸਾਰਾ ਕੁਝ ਆਜੂ, ਤੁਹਾਡੀ ਸਪੋਰਟ ਵੀ ਆਜੂ, ਕਾਹਲੀਆਂ ਡਿਬੇਟਾਂ ਕਰਨ ਦੀ ਵੀ ਲੋੜ ਨਹੀਂ। ਸੋ ਥੈਂਕ ਯੂ, ਤੁਹਾਡਾ ਸਮਾਂ ਦੇਣ ਦਾ ਧੰਨਵਾਦ। ਸ਼ੁਕਰੀਆ ਬਰਾੜ ਸਾਹਿਬ। ਜੀ ਜਿੰਦ ਜੀ। Thank you very much for asking that question, or the two questions. ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਸਹਿਮਤ ਹੈਗੀ ਆ ਵੀ ਜਦੋਂ ਮਿਊਨਿਸਪਲ ਇਲੈਕਸ਼ਨ ਤੇ ਆ ਜਾਂਦੀ ਆ ਗੱਲ, ਲੋਕ ਬਹੁਤ ਘੱਟ ਨਿਕਲਦੇ ਆ ਘਰੋਂ ਵੋਟ ਪਾਉਣ ਨੂੰ, ਪਰਸੈਂਟੇਜ ਨਹੀਂ ਹੋ ਰਹੀ, ਪਰ ਆਪਾਂ ਇਹ ਕਹਦੇ, ਮੈਂ ਇਹ ਵੀ ਕਹਿ ਦਿੰਨੀ ਆ, ਉਹਨਾਂ ਨੂੰ ਬਾਜ ਵੇਲੇ ਲੱਗਦਾ ਵੀ ਸਾਡੀ ਵੋਟ ਦਾ ਕੋਈ ਫਰਕ ਹੀ ਨਹੀਂ ਪੈਣਾ। ਮੈਂ ਕਹਿੰਦੀ ਆ ਵੀ ਐਤਕੀ ਜਿਹੜਾ ਹਲਚਲ ਹੋਇਆ ਪਿਆ ਸਰੀ ਦੇ ਵਿੱਚ, ਤੇ ਲੋਕ ਜਿਹੜਾ ਸੁਧਾਰ ਚਾਹੁੰਦੇ ਆ, ਤੇ ਆਪਾਂ ਨੂੰ ਫੋਕਸ ਕਰਨਾ ਪੈਣਾ ਆ ਵੀ ਸਾਡਾ ਏਜੰਡਾ ਆ ਵੀ ਆ ਅਸੀਂ ਸਰੀ ਲਈ ਕਰਨਾ ਚਾਹੁੰਦੇ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਇਹ, ਜੇ ਮੈਂ ਅੱਜ ਖੜੀ ਹੋਈ ਆ, ਜਿਹੜੇ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਆ, ਉਹਨਾਂ ਕਰਕੇ ਹੀ ਮੈਂ ਖੜੀ ਹੋ ਰਹੀ ਆ, ਕਿਉਂਕਿ ਉਹਨਾਂ ਨੇ ਹੀ ਮੈਨੂੰ ਆ ਕੇ ਕਿਹਾ ਆ ਜਿਨੀ ਜੇ ਆਹ ਕੁਛ ਜੋ ਚੱਲਦਾ ਆ ਸਰੀ ਦੇ ਵਿੱਚ ਚੱਲਦਾ ਰਿਹਾ, ਜਾਂ ਸਾਨੂੰ ਸਰੀ ਛੱਡਣੀ ਪੈਣੀ ਆ ਜਾਂ ਅੱਖ ਬੰਦ ਕਰਕੇ ਇੱਥੇ ਰਹਿਣਾ ਪੈਣਾ ਆ ਵੀ ਇੱਥੇ ਕੰਮ ਬਹੁਤ ਖਰਾਬ ਹੋ ਰਿਹਾ ਆ। ਤੇ ਉਹ ਆਪ ਐਮਬੈਰਸਮੈਂਟ ਮਹਿਸੂਸ ਕਰਦੇ ਸੀਗੇ ਜਦੋਂ ਦੇਖਦੇ ਸੀਗੇ, ਪੜ੍ਹਦੇ ਸੀਗੇ ਵੀ ਸਰੀ ਵਿੱਚ ਕੀ ਹੋ ਰਿਹਾ ਆ। ਦੇਖੋ, ਨੰਬਰ 1 ਤੁਸੀਂ ਕਹਿੰਦੇ ਤੁਸੀਂ ਕੀ ਲੈ ਕੇ ਆਉਣਾ ਆ। ਨੰਬਰ 1 ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਆ ਇਸ ਵਕਤ, ਓਪਨਨੈਸ ਐਂਡ ਟਰਾਂਸਪੈਰੈਂਸੀ, ਅਕਾਊਂਟੇਬਿਲਿਟੀ, ਵੀ ਜਿਸ ਤਰੀਕੇ ਦੇ ਨਾਲ ਸਾਡੀ ਮਿਊਨਿਸਪਲ ਸਰਕਾਰ ਕੰਮ ਕਰਦੀ ਆ। ਦੂਸਰੀ ਫੇਅਰਨੈਸ। ਫੇਅਰਨੈਸ ਸਿਰਫ ਪਰਮਿਟ ਦੀ ਨਹੀਂ ਮੈਂ ਗੱਲ ਕਰ ਰਹੀ, ਬਾਕੀ ਸਾਰੀ ਵੀ ਫੇਅਰਨੈਸ। ਇਹ ਨਹੀਂ ਵੀ ਸਾਰੀ ਇਨਵੈਸਟਮੈਂਟ ਇੱਕ ਦੋ ਖੂੰਜਿਆਂ ਵਿੱਚ ਹੋਈ ਜਾਵੇ। ਬਾਕੀ ਜਿੱਦਾਂ ਮੈਂ ਬਹੁਤ ਵਾਰੀ ਅੱਗੇ ਵੀ ਕਹਿੰਦੀ ਹੁੰਦੀ ਸੀਗੀ ਵੀ ਸਰੀ ਵਿੱਚ ਤਾਂ ਨਿਊਟਨ ਵਾਜੇ ਵੇਲੇ ਇੱਦਾਂ ਲੱਗਦਾ ਆ ਜਿੱਦਾਂ ਲਾਈਕ ਵੀ ਨਿਗਲੈਕਟਡ ਚਾਈਲਡ ਹੁੰਦਾ ਆ। ਜਦੋਂ ਅਸੀਂ ਦੇਖਦੇ ਸੀਗੇ ਵੀ ਨਵੇਂ ਪੂਲਸ ਬਣਦੇ ਆ, ਇੱਥੇ ਉੱਥੇ ਰੈਕ ਸੈਂਟਰ ਬਣ ਗਿਆ, ਪਰ ਸਰੀ ਦੇ ਵਿੱਚ ਬਾਲਾ ਕੁਛ ਨਹੀਂ ਸੀ ਬਣ ਰਿਹਾ। ਸੋ ਇਨਵੈਸਟਮੈਂਟ ਜਿਹੜੀ ਹੋਣੀ ਚਾਹੀਦੀ, ਜਿਹੜੀ ਗਰੋਥ ਸਿਟੀ ਵੀ ਕਰਦੀ ਆ, ਇੱਕ ਤਾਂ ਉਹਨੂੰ ਸਸਟੇਨੇਬਲ ਹੋਣਾ ਚਾਹੀਦਾ ਆ, ਇੱਕ ਬਿਲਡ ਕਮਿਊਨਿਟੀਜ਼, ਇੱਕ ਵੀ ਆ ਜਿਹੜੇ ਆਪਾਂ ਚੀਜ਼ਾਂ ਦੀਆਂ ਗੱਲਾਂ ਕਰੀਦੀਆਂ ਆ, ਫੇਅਰਨੈਸ ਹੋਣੀ ਚਾਹੀਦੀ ਆ। ਤੀਸਰੀ ਗੱਲ ਜਿਹੜੀ ਤੁਸੀਂ ਪੁੱਛੀ ਸੀਗੀ, ਉਹ ਅਸੀਂ ਰੋਲ ਆਊਟ ਕਰ ਦੇਵਾਂਗੇ ਇਨ ਡੀਟੇਲ, ਜਿਹੜਾ ਪਲੇਟਫਾਰਮ ਹੋਣਾ ਆ ਉਹ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਆਮ ਇਨਸਾਨ ਇੱਥੇ ਰਹਿੰਦਾ ਆ, ਆਪਣਾ ਆਮ ਇਨਸਾਨ ਹਰੇਕ ਆਮ ਇਨਸਾਨ ਹੀ ਆ। ਤੁਸੀਂ ਗਰੀਬ ਵੀ ਹੋਵੋ ਨਾ, ਤੁਸੀਂ ਵੀ ਇੱਥੇ ਦੇ ਰਹਿਣ ਵਾਲੇ ਹੈਗੇ, ਤੁਹਾਡੇ ਵੀ ਹੱਕ ਹੈਗੇ ਆ। ਦੇਖੋ, ਹਰੇਕ ਦਾ ਹੱਕ ਹੈਗਾ ਛੱਤ ਲਈ, ਖਾਣੇ ਲਈ। ਦੋਜ਼ ਆਰ ਐਬਸੋਲੂਟਲੀ ਫੰਡਾਮੈਂਟਲ ਰਾਈਟਸ। ਆਪਣੇ ਪੰਜਾਬੀ 'ਚ ਕਹਿੰਦੇ ਹੁੰਦੇ ਆ ਨਾ, ਮੈਨੂੰ ਤਾਂ ਹੁਣ ਚੇਤਾ ਵੀ ਨਹੀਂ ਆਉਂਦਾ, ਕੱਪੜਾ, ਖਾਣਾ ਤੇ ਮਕਾਨ। ਹਾਂਜੀ ਬਿਲਕੁਲ, ਰੋਟੀ ਕੱਪੜਾ ਔਰ ਮਕਾਨ ਮੂਵੀ ਦਾ ਯਾਦ ਆ ਗਈ ਨਾ ਹੁਣ। ਉਹ ਤਿੰਨੇ ਚੀਜ਼ਾਂ ਦੀ ਜ਼ਰੂਰਤ ਹਰੇਕ ਨੂੰ ਹੈਗੀ ਆ। ਆਪਾਂ ਇੱਕ ਚੀਜ਼ ਦੇਖ ਲਈ ਆ, ਕੋਵਿਡ ਦੇ ਮਗਰੋਂ ਵੀ ਹੈਵ ਟੂ ਲੁੱਕ ਆਫਟਰ ਈਚ ਅਦਰ। ਅਸੀਂ ਜਦੋਂ ਡਿਵੈਲਪਮੈਂਟ ਕਰਨੀ ਆ, ਇਟ ਸ਼ੁੱਡ ਬੀ ਦ ਫੁੱਲ ਸਪੈਕਟਰਮ, ਰਿਸਪੌਂਸਿਬਲ ਡਿਵੈਲਪਮੈਂਟ, ਫੇਅਰ ਡਿਵੈਲਪਮੈਂਟ। ਜਿਹੜਾ ਇਨਫਰਾਸਟਰਕਚਰ ਆ ਉਹਦੀ ਵੀ ਲੋੜ ਆ। ਹੁਣ ਅਸੀਂ ਦੇਖੀਦਾ ਜਦੋਂ ਈਵਨਿੰਗ ਨੂੰ ਨਾ ਅਸੀਂ ਕੋਈ ਸ਼ੋਅ ਦੇਖਣ ਜਾਣੀ ਹੋਵੇ, ਜਾਂ ਵੈਨਕੂਵਰ ਨੂੰ ਜਾਈਦਾ, ਜਾਂ ਲਾਂਗਲੀ ਨੂੰ ਜਾਈਦਾ, ਜਾਂ ਐਬਟਸਫੋਰਡ ਨੂੰ ਜਾਈਦਾ, ਕਰਕੇ ਸਾਡੇ ਕੋਲ ਆਰਟਸ ਲਈ ਬਹੁਤ ਕਮ ਫੈਸਿਲਿਟੀਜ਼ ਆ, ਇੱਕ ਹੀ ਆ। ਸੋ we have to take a look at growing that part of the city as well. ਸਭ ਤੋਂ ਵੱਡੀ ਗੱਲ ਹੈਗੀ ਆ ਵੀ ਸਾਡੇ ਕੋਲੋਂ ਵੈਨਕੂਵਰ ਦੇ ਨਾਲੋਂ ਜ਼ਿਆਦਾ ਜ਼ਮੀਨ ਹੈਗੀ ਆ। ਅਸੀਂ ਬਹੁਤ ਸਾਰੀ ਇੰਡਸਟਰੀ ਨੂੰ ਇੱਥੇ ਅਟਰੈਕਟ ਕਰ ਸਕਦੇ ਹਾਂ। ਮੈਨੂਫੈਕਚਰਿੰਗ ਇੰਡਸਟਰੀ, IT ਇੰਡਸਟਰੀ, ਜਿਹਦੇ ਵਿੱਚ ਮੇਰਾ ਬਹੁਤ ਵੱਡਾ ਐਕਸਪੀਰੀਅੰਸ ਹੈਗਾ ਆ ਜਦੋਂ ਮੈਂ ਮਿਨਿਸਟਰ ਸੀ, ਤੇ ਉਹ IT ਇੰਡਸਟਰੀ ਇੱਥੇ ਬੂਮ ਕਰ ਸਕਦੀ ਆ। ਆਪਣੇ ਸ਼ਹਿਰ ਦੇ ਵਿੱਚ ਹੁਣ ਨਵਾਂ ਮੈਡੀਕਲ ਸਕੂਲ ਵੀ ਬਣਨਾ ਆ, ਨਵਾਂ ਹਸਪਤਾਲ ਵੀ ਬਣ ਜਾਣਾ ਹੈ, ਸਰਕਾਰ ਕੰਮ ਕਰ ਰਹੀ ਆ। ਪਰ ਮੇਰੇ ਵਿੱਚ ਉਹ ਵੀ ਹੈਗਾ ਆ, ਫੈਡਰਲੀ ਮਿਊਨਿਸਪਲੀ ਵੀ ਕੀਤਾ ਆ ਵੀ ਕਿਸ ਤਰੀਕੇ ਦੇ ਨਾਲ ਕੰਮ ਕਰਨੇ ਆ ਡਿਫਰੈਂਟ ਲੈਵਲਸ ਆਫ ਸਰਕਾਰ ਦੇ ਨਾਲ। ਤੇ ਨਾਲੇ ਮੈਨੂੰ ਆਦਤ ਹੈ ਨਹੀਂ ਬਹੁਤ ਵੱਡੇ ਐਲਾਨ ਕਰਨੇ, ਉਹੋ ਹੀ ਐਲਾਨ ਕਰੂੰਗੀ ਜਿਹੜੇ ਆਪਾਂ ਕਰ ਸਕਾਂਗੇ। ਤੇ ਇੱਕ ਚੀਜ਼ ਹੈਗੀ ਆ ਜਿਹੜੇ ਹੈ ਨਾ ਸਾਈਲੋਜ਼ ਬਣ ਰਹੇ ਆ ਕਮਿਊਨਿਟੀ ਦੇ ਵਿੱਚ, ਉਹਨਾਂ ਨੂੰ ਤੋੜਨ ਦੀ ਸਖਤ ਜ਼ਰੂਰਤ ਹੈਗੀ ਆ। ਨੇ ਇੱਕ ਬੱਚੇ ਨੇ ਮੈਨੂੰ ਗੱਲ ਜ਼ਰੂਰ ਕਹੀ ਸੀਗੀ, ਬੱਚਾ ਵੀ ਮੈਂ ਤਾਂ ਬੱਚਾ ਹੀ ਸਮਝਦੀ ਹਾਂ, ਮੇਰੇ ਬੇਟੇ ਦੀ ਏਜ ਦਾ ਸੀਗਾ 40 years old, ਕਹਿੰਦਾ ਵੀ ਜੇ ਸੁਧਾਰ ਇਸ ਵਕਤ ਨਾ ਆਇਆ ਨਾ
ਤੇ ਫਿਰ ਕਹਿੰਦਾ ਵੀ ਸਰੀ ਨੇ ਐਸੇ ਮੋੜ ਤੋਂ ਮੁੜ ਜਾਣਾ ਆ ਵੀ 10 ਜਨਰੇਸ਼ਨ ਲਈ ਜਿਹੜੇ ਸਾਡੇ ਵਰਗੇ ਲੋਕ ਆ ਸਾਡੇ ਲਈ ਇੱਥੇ ਰਹਿਣਾ ਮੁਸ਼ਕਲ ਹੋ ਜਾਣਾ ਆ ਕਰਕੇ ਲੋਕਾਂ ਨੇ ਸਾਡੇ ਤੇ ਟਰਸਟ ਨਹੀਂ ਕਰਨਾ ਜੀ। ਹਾਂ ਦੇਖੋ ਜਦੋਂ ਦੀ ਮੈਂ ਟੀਚਿੰਗ ਕੀਤੀ ਆ ਜੀ, ਮੈਂ ਤਾਂ ਜਦੋਂ ਟੀਚਿੰਗ ਕਰਦੀ ਸੀਗੀ ਬਾਹਰ ਜਾ ਕੇ ਕਮਿਊਨਿਟੀ ਸਰਵਿਸ ਕੀਤੀ। ਕਿਉਂ ਕਰਕੇ ਤੁਸੀਂ ਜੇ ਬੱਚਿਆਂ ਨੂੰ ਪੜਾਉਣਾ ਆ ਤੁਹਾਨੂੰ ਬਾਹਰ ਜਾ ਕੇ ਵੀ ਕੰਮ ਕਰਨਾ ਪੈਣਾ ਬੱਚਿਆਂ ਦੇ ਨਾਲ ਤੇ ਪੈਰੈਂਟਸ ਦੇ ਨਾਲ ਵੀ। ਤਾਂ ਫਿਰ ਮੈਂ ਇਲੈਕਸ਼ਨ ਦੇ ਵਿੱਚ ਕਿਉਂ ਗਈ ਕਿਉਂਕਿ ਪਾਲਿਸੀ ਟੇਬਲ ਤੇ ਬੈਠਣਾ ਬਹੁਤ ਜ਼ਰੂਰੀ ਆ। ਬਾਹਰੋਂ ਲੜਨਾ ਬਾਜੀ ਵੇਲੇ ਮੁਸ਼ਕਲ ਹੋ ਜਾਂਦਾ ਆ। ਯੂ ਨੀਡ ਟੂ ਗੈਟ ਟੂ ਬੀ ਅ ਡਿਸੀਜਨ ਮੇਕਰ। ਤੇ ਮੈਨੂੰ ਸਦਾ ਹੀ ਯਾਦ ਆਉਂਦੀ ਆ ਜਦੋਂ ਮੈਂ MP ਬਣੀ ਸੀਗੀ ਤੇ ਉਦੋਂ ਜਦੋਂ ਸਾਨੂੰ ਸਾਡੀ ਕੁਰਸੀ ਦਿਖਾੜੀ ਆ ਨਾ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ, ਉਦੋਂ ਪਹਿਲੀ ਗੱਲ ਇੱਕੋ ਹੀ ਮੇਰੇ ਮਨ ਵਿੱਚ ਆਈ ਸੀਗੀ ਵੀ ਇਸ ਸੀਟ ਵਿੱਚ ਬੈਠ ਕੇ ਡਿਸੀਜਨ ਬਣਾਏ ਗਏ ਸੀਗੇ ਜਿੱਥੇ ਔਰਤਾਂ ਨੂੰ ਬਾੜਾਂ ਫੜ ਕੇ ਹਾਊਸ ਆਫ ਕਾਮਨਸ ਵਿੱਚੋਂ ਬਾਹਰ ਸਿੱਟਿਆ ਗਿਆ ਸੀਗਾ ਜੀ। ਫਿਰ ਉਸ ਕੁਰਸੀ ਵਿੱਚ ਬੈਠ ਕੇ ਐਸੇ ਕਾਨੂੰਨ ਬਣਾਏ ਗਏ ਸੀਗੇ ਜਿੱਥੇ ਡਿਸੀਜਨ ਬਣਾਇਆ ਗਿਆ ਸੀਗਾ ਵੀ ਸਾਡੇ ਵਰਗੇ ਲੋਕ ਇੱਥੇ ਰਹਿ ਨਹੀਂ ਸਕਦੇ। ਸਾਡੇ ਮਾਪਿਓ ਮੇਰੇ ਮਾਪਿਓ ਇੰਡੀਆ ਕਿਉਂ ਛੱਡ ਕੇ ਆਏ ਸੀਗੇ ਫॉर ਇਕਨੋਮਿਕ ਰੀਜ਼ਨਸ। ਉਹ ਸੋਚਦੇ ਸੀਗੇ ਬਾਹਰ ਜਾ ਕੇ ਅਸੀਂ ਆਪਣੇ ਨਿਆਣਿਆਂ ਦੀ ਵਧੀਆ ਲਾਈਫ ਬਣਾਈਏ। ਸਾਨੂੰ ਇੱਥੇ ਹੁਣ ਸੁਧਾਰ ਲੈ ਕੇ ਆਉਣਾ ਪੈਣਾ ਆ ਕਰਕੇ ਅਸੀਂ ਜੇ ਇਹ ਸੋਚੀਏ ਜੇ ਇੱਥੇ ਮਾਹੌਲ ਇੰਨਾ ਮਾੜਾ ਹੋ ਗਿਆ ਸਾਡੇ ਬੱਚੇ ਕਿੱਥੇ ਜਾਣਗੇ ਜੀ। ਅਸੀਂ ਇੱਥੇ ਹੀ ਰਹਿਣਾ ਆ, ਮੈਂ ਇੱਥੇ ਰਹਿਣਾ ਆ, ਮੇਰੇ ਬੱਚਿਆਂ ਨੇ ਇੱਥੇ ਰਹਿਣਾ ਆ। ਮੈਨੂੰ ਬਹੁਤ ਗਰਵ ਹੈਗਾ ਮੈਂ ਇੰਡੀਆ ਤੋਂ ਆਈ ਆ, ਇੰਗਲੈਂਡ 'ਚ ਮੇਰੀ ਪਰਵਰਿਸ਼ ਹੋਈ ਆ। I'm proud of that। ਪਰ ਆ ਮੇਰਾ ਦੇਸ਼ ਆ, ਹੁਣ ਇੱਥੇ ਹੀ ਸੁਧਾਰ ਲਿਆਉਣਾ ਆ। ਇਸ ਕਰਕੇ ਮੈਂ ਸਰੀ ਲਈ ਲੜੂੰਗੀ, ਸੁਧਾਰ ਲਈ ਲੜੂੰਗੀ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਲਈ ਵੀ ਲੜੂੰਗੀ, ਜਿਹੜੇ ਹੁਣ ਹੈਗੇ ਆ ਉਹਨਾਂ ਲਈ ਵੀ ਲੜੂੰਗੀ, ਪਰ ਸਭ ਤੋਂ ਜ਼ਿਆਦਾ ਬਰਾਬਰਤਾ ਲਈ ਲੜੂੰਗੀ, ਇਕੁਅਲ ਟ੍ਰੀਟਮੈਂਟ। ਇਟਸ ਟਾਈਮ ਫॉर द ਨੌਨਸੈਂਸ ਟੂ ਸਟਾਪ। ਜੀ ਜਿਨੇ ਜੀ ਕੁਝ ਚੀਜ਼ਾਂ ਹੋਰ ਪਹਿਲੇ ਤੁਸੀਂ ਇੱਕ ਇੰਡੋ ਕੈਨੇਡੀਅਨ ਮਹਿਲਾ ਮੰਨੇ ਜਾ ਰਹੇ ਹੋ ਜਿਹੜੇ ਕਿ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਉਸ ਤੋਂ ਬਾਅਦ MLA ਤੇ ਹੁਣ ਸਿਟੀ ਮੇਅਰ ਦੀ ਇਲੈਕਸ਼ਨ ਲਈ ਤੁਸੀਂ ਅੱਗੇ ਆਏ ਹੋ। ਅਸੀਂ ਇੱਥੇ ਚਲੋ ਐਡਮਿੰਟਨ ਦੀ ਅਮਰਜੀਤ ਸੋਹੀ ਉਹਨਾਂ ਦੀ ਗੱਲ ਕਰ ਲਈ, ਉਹਨਾਂ ਦੀ ਐਗਜ਼ਾਮਪਲ ਦੇ ਤੌਰ ਦੇ ਉੱਤੇ ਗੱਲ ਕਰ ਲਈ ਤਾਂ ਉਹ ਫਿਲਹਾਲ ਜਿਹੜਾ MLA ਉਹਦੇ ਤੇ ਤਾਂ ਉਹ ਰਹੇ ਨਹੀਂ। ਹੁਣ ਜੇ ਤੁਸੀਂ ਆ ਰਹੇ ਹੋ ਤਾਂ ਲੋਕੀ ਇਸ ਨੂੰ ਇਸ ਤਰੀਕੇ ਨਾਲ ਵੀ ਦੇਖ ਰਹੇ ਨੇ ਕਿ ਵੱਧਦੇ ਕ੍ਰਮ ਦੀ ਜਗ੍ਹਾ ਤੁਸੀਂ ਘਟਦੇ ਕ੍ਰਮ ਦੇ ਵਿੱਚ ਆਏ। ਮਤਲਬ ਇਹ ਕੀ ਰੀਜ਼ਨ, ਮਤਲਬ ਸਿਟੀ ਇਲੈਕਸ਼ਨਸ ਦੇ ਵਿੱਚ ਮਤਲਬ MLA ਬਤੌਰ MP ਫਿਰ ਤੁਹਾਡਾ ਸਿਟੀ ਇਲੈਕਸ਼ਨਸ ਲਈ ਅੱਗੇ ਆ ਜਾਣਾ, ਇਹ ਕੁਝ ਸਮਝ ਤੋਂ ਬਾਹਰ ਜਿਹਾ ਲੱਗ ਰਿਹਾ। ਸਭ ਤੋਂ ਪਹਿਲਾਂ ਜਦੋਂ ਅਸੀਂ ਨਾ ਲਵ ਇੰਡੋ ਕੈਨੇਡੀਅਨ ਯੂਜ਼ ਕਰੀਦਾ ਆ ਜੀ, ਅਸੀਂ ਜਿਹੜਾ ਕੈਨੇਡੀਅਨ ਆ ਉਹਨੂੰ ਹਾਈਫਨੇਟਡ ਕਰ ਦਈਦਾ। ਮੈਂ ਤਾਂ ਕਹਿੰਦੀ ਆ ਆਮ ਅ ਕੈਨੇਡੀਅਨ ਆਫ ਇੰਡੀਅਨ origin। ਹਾਂਜੀ ਰਾਈਟ ਜੀ। ਇਹ ਮੈਨੂੰ ਬਾਜੀ ਵੇਲੇ ਮੇਰੇ ਚੁੱਭਦਾ ਆ। ਹਾਂਜੀ ਕਿਉਂਕਿ ਇਹਦੇ ਨਾਲ ਜਿਹੜੇ ਕੈਨੇਡੀਅਨ ਹੈਗੇ ਆ ਸਾਰੇ ਉਹ ਡਿਵਾਈਡ ਹੋ ਜਾਂਦੇ, ਹਾਈਫਨੇਟਡ ਹੋ ਜਾਂਦੇ। ਅ ਕੈਨੇਡੀਅਨ ਇਜ਼ ਅ ਕੈਨੇਡੀਅਨ ਇਜ਼ ਅ ਕੈਨੇਡੀਅਨ whether you're born here or come from somewhere else। ਦੂਸਰੀ ਗੱਲ ਆ ਨਾ ਮੈਨੂੰ ਕਿਸੇ ਕੁਰਸੀ ਨਾਲ ਪਿਆਰ ਆ ਤੇ ਨਾ ਹੀ ਮੈਨੂੰ ਕਿਸੇ ਕੈਂਠੇ ਨਾਲ ਪਿਆਰ ਆ। ਮੇਰਾ ਸ਼ੁਰੂ ਤੋਂ ਰਿਹਾ ਆ ਕੰਮ ਦੇ ਨਾਲ। ਦੇਖੋ ਮੈਂ ਬੱਚਿਆਂ ਨੂੰ ਵੀ ਕਹਿੰਦੀ ਹੁੰਦੀ ਆ ਜਿਹੜਾ ਮਰਜ਼ੀ ਕਰੀਅਰ ਤੁਸੀਂ ਚੂਜ਼ ਕਰੋ, ਨਾ ਕੋਈ ਉੱਪਰ ਆ ਨਾ ਕੋਈ ਥੱਲੇ ਆ। ਡੂ ਵਾਟ ਯੂ ਲਵ, ਸਰਵ ਯੋਰ ਕਮਿਊਨਿਟੀ, ਗੋ ਐਂਡ ਵੋਲੰਟੀਅਰ। ਮੈਂ ਜਿਹੜਾ ਪ੍ਰੈਜ਼ੀਡੈਂਟ ਦਾ ਕੰਮ ਕੀਤਾ ਸੀਗਾ ਆਫ ਦ BC ਟੀਚਰਸ, ਫਿਰ ਵਾਈਸ ਪ੍ਰੈਜ਼ੀਡੈਂਟ ਆਫ CTF, ਹਾਈਲਾਈਟ ਆਫ ਮਾਈ ਕਰੀਅਰ। ਜੀ ਜਦੋਂ ਮੈਂ MP ਬਣੀ, loved it, loved my roles and I believe I did a pretty good job। ਜੀ ਜਦੋਂ MLA ਬਣੀ ਆ I love doing that too। ਪਰ ਹੁਣ ਮੈਨੂੰ ਯੂਥ ਨੇ ਤੇ ਬਾਕੀ ਸਾਰਿਆਂ ਨੇ ਆ ਕੇ ਕਿਹਾ ਤੇਰੀ ਲੋੜ ਸਿਟੀ ਵਿੱਚ ਹੈਗੀ ਆ, ਇਹਦੇ ਵਿੱਚ ਕੋਈ ਉੱਚਾ ਕੋਈ ਨੀਵਾਂ ਹੈ ਨਹੀਂ। ਇਹ ਕੰਮ ਹੈਗਾ ਆ ਜਿਹੜਾ ਮਰਜ਼ੀ ਮੈਂ ਕੰਮ ਕੀਤਾ ਆ ਵੀ ਅਸੀਂ ਕਿਸ ਤਰ੍ਹਾਂ ਦਾ ਸਮਾਜ ਬਣਾਉਣਾ ਆ, ਸਿਰਫ ਆਪਣੇ ਲਈ ਨਹੀਂ, ਕਿਸ ਤਰ੍ਹਾਂ ਦਾ ਸਮਾਜ ਅਸੀਂ ਛੱਡ ਕੇ ਜਾਣਾ ਆ ਆਪਣੇ ਬੱਚਿਆਂ ਲਈ। ਮੈਂ ਟੀਚਰ ਰਹੀ ਆ, ਮੈਂ ਮਾਂ ਆ, ਮੈਂ ਗ੍ਰੈਂਡਮਦਰ ਆ, ਮੈਂ ਗ੍ਰੇਟ ਗ੍ਰੈਂਡਮਦਰ ਆ, ਮੈਂ ਪੜਦਾਦੀ ਆ। ਜੀ ਪੜਦਾਦੀ। ਅੱਜ ਵੀ ਮੇਰੇ ਵਿੱਚ ਉਹ ਜੋਸ਼ ਹੈਗਾ ਆ ਵੀ ਅਸੀਂ ਇਸ ਸ਼ਹਿਰ ਨੂੰ ਵਧੀਆ ਤੋਂ ਵਧੀਆ ਬਣਾਉਣਾ ਆ ਕਿਉਂਕਿ ਇੱਥੇ ਹੀ ਸਾਡੇ ਬੱਚਿਆਂ ਨੇ ਰਹਿਣਾ ਹੈ। ਬਿਲਕੁਲ। ਤੇ ਮੈਂ ਨਹੀਂ ਚਾਹੁੰਦੀ ਉਹਨਾਂ ਦੇ ਉੱਪਰ ਲੋਕ ਉਂਗਲੀਆਂ ਉਠਾਉਣ ਤੇ ਜਾਂ ਉਹਨਾਂ ਨੂੰ ਅਲੱਗ ਟ੍ਰੀਟਮੈਂਟ ਮਿਲੇ। ਇਹਦੇ ਵਿੱਚ ਸਾਡੀ ਕਮਿਊਨਿਟੀ ਨੇ ਇੱਥੇ ਆ ਕੇ ਬਹੁਤ ਕੁਝ ਕਮਾ ਲਿਆ ਹੈ। ਹਾਂਜੀ। We made
money, we're professionals, we're developers, we're politicians, you name it. And I'm very proud of that. ਜੀ ਬਿਲਕੁਲ ਪਰ ਹੁਣ ਸਾਡਾ ਇਹ ਮੁਲਕ ਆ, ਸਾਡੀ ਇੱਥੇ ਬਹੁਤ ਸਾਰੀ ਜ਼ਿੰਮੇਵਾਰੀ ਵੀ ਬਣਦੀ ਆ। ਬਿਲਕੁਲ ਸੋ ਇਸ ਕਰਕੇ ਇਹ ਨਾ ਸੋਚਿਓ, ਕਈ ਕਹਿੰਦੇ ਸੀ ਯੂਕਨ ਵੀ ਮੈਂ ਕਿਹਾ ਜੇ ਮੈਨੂੰ ਕੋਈ ਪੁੱਛੇ ਨਾ the most important job I've ever done in my life was teaching. ਜੀ Was teaching. ਬਿਲਕੁਲ And that was in the classroom. ਜੀ 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 Right? ਬਿਲਕੁਲ And ਕਈ ਨੇ ਮੈਨੂੰ ਕਿਹਾ ਵੀ ਤੂੰ ਪੋਲਿਟਿਕਸ ਵਿੱਚ ਕਿਉਂ ਆਈ ਹੈ? ਇਹ ਵੀ ਪੋਲੀਟੀਕਲ ਲਾਈਫ ਹੀ ਆ। ਤੇ ਮੇਰਾ ਇੱਕੋ ਹੀ ਜਵਾਬ ਆ, ਮੈਂ ਜਦੋਂ ਟੀਚਰਾਂ ਦੀ ਪ੍ਰਧਾਨ ਸੀਗੀ ਮੈਂ ਇਮੋਸ਼ਨਲ ਹੋ ਜਾਂਦੀ ਬਾਜੀ ਵੇਲੇ ਗੱਲ ਸੋਚ ਕੇ। ਇੱਕ ਬੱਚਾ ਸੀਗਾ ਉਹਨਾਂ ਸਾਲਾਂ ਦੇ ਵਿੱਚ 24 ਸਾਲਾਂ ਦਾ ਸੀ, ਉਹ 에ਅਰਪੋਰਟ ਤੇ ਸੀਗਾ ਤੇ ਉਹਨਾਂ ਦਿਨਾਂ ਦੇ ਵਿੱਚ ਸਾਡੀ ਸਟ੍ਰਾਈਕ ਚੱਲ ਰਹੀ ਸੀਗੀ ਤੇ ਬਹੁਤ ਸਾਰੇ ਕੈਮਰੇ ਸੀਗੇ। ਉਹ 에ਅਰਪੋਰਟ ਤੇ ਕੰਮ ਕਰਦਾ ਸੀ ਐਜ਼ ਅ ਸਿਕਿਉਰਿਟੀ, ਇਦਾਂ ਹੀ ਤੁਰੀ ਜਾਂਦਾ ਸੀ। ਤੇ ਮੇਰੇ ਸਟਾਫ ਨੇ ਦੇਖ ਲਿਆ ਤੇ ਉਹਨੂੰ ਲੈ ਕੇ ਆਏ ਵੀ you want to talk to Ginny? ਕਹਿੰਦਾ yes। ਤੇ ਜਦੋਂ ਮੇਰੀ ਸਕਰਮ ਫਿਨਿਸ਼ ਹੋ ਗਈ ਨਾ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ did you want to say something? ਕਹਿੰਦਾ I've been watching you for a long time। ਕਹਿੰਦਾ I was very small, or I can't remember whether he said he was born here, but he said I've lived here all my life। My parents are from Fiji, they were originally from India। He said when I see you on that stage and when I watch you on TV, I feel proud to be Indian। And whether I was teaching, whether that everything else in my life, I want to inspire young girls, young boys, young men, young women to run, to be full participants in the Canadian life, to build the Canada, the BC, the Surrey we want। That is what drives me all the time। People are politics is not easy in Surrey। Politics for a woman who is I don't even like the term of color, of a different ethnicity, is not easy in Surrey। I could have gone somewhere else and done this, but I chose to do it here। And I am so proud that when we did our launch with over 600 people there, people are telling me, and yes, the room was packed, even the standing room was, I couldn't see beyond it, was that there were as many women there as men। Feel very proud of the fact। And I'm going to encourage all the women out there and all the young people and all of you, each and every one of you, this election ਜਿਹੜਾ ਹੈਗਾ ਆ, ਇਹ ਹੈਗਾ ਵੀ ਕਿਸ ਤਰ੍ਹਾਂ ਦੀ ਸਰੀ ਅਸੀਂ ਚਾਹੁੰਦੇ ਆ ਗਾਂ ਆਉਣ ਵਾਲੀ ਪੀੜ੍ਹੀ ਲਈ, ਕਿਸ ਤਰ੍ਹਾਂ ਦਾ ਸ਼ਹਿਰ ਸਾਨੂੰ ਚਾਹੀਦਾ ਆ, ਕਿਸ ਤਰ੍ਹਾਂ ਦਾ ਮਾਹੌਲ ਅਸੀਂ ਇੱਥੇ ਬਣਾਉਣਾ ਆ। ਅਸੀਂ ਸਰੀ ਨੂੰ ਪਿੱਛੇ ਲੈ ਕੇ ਜਾਣਾ ਆ ਜਾਂ ਅਸੀਂ ਸਰੀ ਨੂੰ ਅੱਗੇ ਲੈ ਕੇ ਜਾਣਾ ਆ, ਜਿੱਥੇ ਸਾਡੇ ਬੱਚੇ ਜਿੱਥੋਂ ਮਰਜ਼ੀ ਆਏ ਆ ਸਾਰੇ ਇੱਥੇ ਆਪਣੇ ਡ੍ਰੀਮਸ ਲਿਵ ਕਰ ਸਕਣ। ਇਹ ਨਹੀਂ ਹੋਣਾ ਜੇ ਆਪਾਂ ਸਦਾ ਪਿੱਛੇ ਨੂੰ ਜਾ ਸਕੀਏ। ਆਪਾਂ ਨੂੰ ਜਿਹੜੀਆਂ ਮਾੜੀਆਂ ਆਦਤਾਂ ਹੈਗੀਆਂ ਆ, ਹਰੇਕ ਦੇ ਵਿੱਚ ਹੈਗੀਆਂ, ਮੇਰੇ ਵਿੱਚ ਵੀ ਹੈਗੀਆਂ ਆ, ਉਹਨਾਂ ਨੂੰ ਛੱਡ ਕੇ ਵੋਟ ਪਾਵੋ। ਮੈਂ ਨਹੀਂ ਕਹਿੰਦੀ ਮੈਨੂੰ ਪਾਵੋ, ਵੋਟ ਪਾਵੋ, ਗੈਟ ਦੀ ਇਨਫੋਰਮੇਸ਼ਨ ਯੂ ਨੀਡ, ਪਰ ਇਸ ਤਰੀਕੇ ਨਾਲ ਵੋਟ ਜ਼ਰੂਰ ਪਾਉਣੀ ਵੀ ਸਾਡਾ ਸ਼ਹਿਰ ਗੋਜ਼ ਫੋਰਵਰਡ ਟੂ ਬੀ ਦ ਬੈਸਟ ਸਿਟੀ, ਜਿੱਥੇ ਸਾਡੇ ਬੱਚੇ ਖੁਸ਼ ਵੀ ਰਹਿਣ ਤੇ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਆ ਤੇ ਉਹਨਾਂ ਦੀ ਜਿਹੜੀ ਕੁਆਲਿਟੀ ਲਾਈਫ ਵੀ ਹੋਵੇ, ਗੁੱਡ ਪੇਇੰਗ ਜੌਬਸ ਵੀ ਹੋਣ, ਪਬਲਿਕ ਟਰਾਂਸਪੋਰਟ ਵੀ ਹੋਵੇ, ਚਾਈਲਡ ਕੇਅਰ ਵੀ ਹੋਵੇ ਤੇ ਉਹਨਾਂ ਨੂੰ ਖੁਸ਼ੀ ਵੀ ਮਿਲੇ, ਉਹਨਾਂ ਲਈ ਪਾਰਕਸ ਵੀ ਹੋਣ, ਉਹਨਾਂ ਲਈ ਐਂਟਰਟੇਨਮੈਂਟ ਸੈਂਟਰ ਵੀ ਹੋਣ। ਜੀ ਜਿਹਨੇ ਜੀ ਇੱਕ ਚੀਜ਼ ਹੋ ਰਿਹਾ, ਕਿਉਂਕਿ ਸਮਾਂ ਆਪਣੇ ਕੋਲ ਬਹੁਤ ਥੋੜਾ ਹੈ, ਪਰ ਮੈਂ ਫਿਰ ਵੀ ਚਾਹਾਂਗੀ ਕਿ ਬੇਬਾਕੀ ਨਾਲ ਤੁਸੀਂ ਹਰ ਚੀਜ਼ ਦਾ ਜਵਾਬ ਦੇਣ ਦੇ ਲਈ ਬਹੁਤ ਮੰਨੇ ਜਾਂਦੇ ਹੋ ਤੇ ਐਟਲੀਸਟ ਮੈਨੂੰ ਇਹ ਜਿਹੜੇ 3-4 ਸਵਾਲ ਰਹਿ ਗਏ ਮੈਂ ਉਹਨਾਂ ਦਾ ਵੀ ਜਵਾਬ ਚਾਹਾਂਗੀ। ਇੱਕ ਤਾਂ ਇਹ ਹੈ ਕਿ ਹੁਣ ਤੁਸੀਂ ਮੇਅਰ ਦੀ ਚੋਣ ਲੜਨ ਵਾਸਤੇ ਕੀ ਆਪਣੀ ਐਮਐਲਏ ਦੀ ਜਿਹੜੀ ਸੀਟ ਹੈ ਉਹ ਛੱਡੋਗੇ ਜਾਂ ਫਿਰ ਰਿਜ਼ਲਟ ਆਉਣ ਦਾ ਇੰਤਜ਼ਾਰ ਕਰੋਗੇ, ਫਿਰ ਕੁਝ ਸੋਚੋਗੇ ਇਸ ਤੇ? ਮੈਂ ਅਨਾਉਂਸ ਕੀਤਾ ਸੀਗਾ 8 ਤਰੀਕ ਨੂੰ। ਹਾਂਜੀ, 8 ਤਰੀਕ ਨੂੰ ਸ਼ਾਮ ਨੂੰ ਬਿਲਕੁਲ, ਤੇ 9 of June I am on leave from being an MLA. Okay. I do not go to the MLA office. Okay. I have staff there who will continue to serve the constituents, and they will be supported by Victoria. And I am taking leave without pay. Okay. Because
that was very important to me, that if I'm going to focus on this election, I needed to do that, and that's what I'm doing. ਬਿਲਕੁਲ ਇੱਕ ਚੀਜ਼ ਹੋਰ ਜਿਨੀ ਜੀ ਦੇਖੀ ਜਾ ਰਹੀ ਸੀ ਵੀ ਜਦੋਂ ਤੁਸੀਂ ਅਨਾਉਂਸਮੈਂਟ ਜਿਸ ਦਿਨ ਕੀਤੀ ਉਸ ਦਿਨ ਬਹੁਤ ਵੱਡਾ ਇਕੱਠ ਹੋਇਆ, ਘੱਟੋ ਘੱਟ 400 ਤੋਂ ਮੇਰੇ ਖਿਆਲ ਚ ਕਰੀਬ ਲੋਕ ਸੀਗੇ, ਰਾਈਟ? 600 ਤੋਂ ਉੱਪਰ 600 ਤੋਂ ਉੱਪਰ ਲੋਕ, ਜਿਹਦੇ ਵਿੱਚ ਜਗਰੂਪ ਬਰਾੜ ਹੁਣੀ ਪਹੁੰਚੇ, ਪਰ ਸਿਟੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਮਐਲਏ ਨੇ। ਤੁਹਾਡੀ ਪਾਰਟੀ ਦੇ ਵਿੱਚੋਂ ਕੋਈ ਜ਼ਿਆਦਾ ਪਹੁੰਚੇ ਨਹੀਂ ਤੁਹਾਨੂੰ ਸਪੋਰਟ ਕਰਨ ਦੇ ਲਈ, ਤੁਸੀਂ ਇਹ ਗੱਲ ਫੀਲ ਕੀਤੀ ਜਾਂ ਬਾਕੀਆਂ ਨੇ ਕੀਤੀ? ਹੋਰ ਐਮਐਲਏ ਉੱਥੇ ਸੀਗੇ, ਪਰ ਇੱਕ ਗੱਲ ਹੈਗੀ ਆ, ਇਹ ਐਨਡੀਪੀ ਦੀ ਸਲੇਟ ਨਹੀਂ, ਇਹ ਸਰੀ ਫੋਰਵਰਡ ਦੀ ਸਲੇਟ ਹੈਗੀ ਆ। ਉੱਥੇ ਬਹੁਤ ਸਾਰੇ ਫਾਸਟ ਬਾਕੀ ਆਏ ਆ। ਤੁਸੀਂ ਪ੍ਰੀਮੀਅਰ ਦੀ ਟਵੀਟ ਪੜ੍ਹ ਲਈ ਆ? I have full support, and I don't have to say anything beyond that, and I do know that every single one of my colleagues is very supportive. ਜੀ ਜਿਨੇ ਜੀ ਅਗਲਾ ਸਵਾਲ ਮੇਰਾ ਕਿ ਚੋਣ ਅਖਾੜਾ ਨੋ ਡਾਊਟ ਪੱਖਿਆ ਪਿਆ, ਬਹੁਤ ਸਾਰੀਆਂ ਸਲੇਟਸ ਨੇ ਅਨਾਉਂਸਮੈਂਟ ਕਰਤੀ, ਬਹੁਤ ਸਾਰੀਆਂ ਤਿਆਰੀ ਦੇ ਵਿੱਚ ਨੇ, ਮੈਨੂੰ ਲੱਗਦਾ ਆਉਣ ਵਾਲੇ ਹਨਾ ਬਹੁਤ ਸਾਰੇ ਦਿਨਾਂ ਦੇ ਵਿੱਚ ਹੋ ਜਾਣਾ। ਇੱਕ ਚਰਚਾ ਬੜੀ ਛਿੜੀ ਹੋਈ ਹੈ ਸੁਖ ਧਾਲੀਵਾਲ ਜੀ ਦੀ, ਤੇ ਸੁਖ ਧਾਲੀਵਾਲ ਜੀ ਵੀ ਹਜੇ ਅਨਾਉਂਸਮੈਂਟ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਨਹੀਂ ਹਜੇ ਮੰਨ ਰਹੇ ਸੀ, ਫਿਰ ਤੁਸੀਂ ਅਨਾਉਂਸਮੈਂਟ ਕੀਤੀ, ਸੇਮ ਉਹਨਾਂ ਦਾ ਇਦਾਂ ਹੀ ਦੇਖਿਆ ਜਾ ਰਿਹਾ, ਪਰ ਹਲਚਲ ਕਾਫੀ ਉਹਨਾਂ ਦੇ ਵੀ ਆਉਣ ਨਾਲ ਜਿਹੜੀ ਵਧੀ ਹੋਈ ਹੈ। ਕੀ ਲੱਗਦਾ ਹੁਣ ਇਹ ਕਿਤੇ ਨਾ ਕਿਤੇ ਲੱਗਦਾ ਵੀ ਇਹ ਸੀਟ ਕਿਤੇ ਨਾ ਕਿਤੇ ਤਬਦੀਲੀ ਲਿਆਊਗੀ, ਜਾਏਗੀ? ਤੁਸੀਂ ਹੋ ਸੁਖ ਧਾਲੀਵਾਲ ਨੇ ਸਟਰੋਂਗ ਲੀਡਰਸ਼ਿਪ ਦੀ ਇੱਕ ਦੌੜ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਐਟਲੀਸਟ, ਤੇ ਅਜਿਹੇ ਦੇ ਵਿੱਚ ਤੁਹਾਨੂੰ ਲੱਗਦਾ ਵੀ ਇੱਕ ਤੁਹਾਡੀ ਚੁਣੌਤੀ ਜਿਹੜੀ ਹੈ ਉਹ ਕੌਣ ਹੋ ਸਕਦੇ ਨੇ? ਦੇਖੋ, ਨੰਬਰ 1, ਅਸੀਂ ਇਸ ਮੁਲਕ ਵਿੱਚ ਰਹਿੰਦੇ ਆ ਜਿੱਥੇ ਹਰੇਕ ਕੋ ਜਿਹੜਾ ਸਿਟੀਜ਼ਨ ਹੈਗਾ ਆ ਹੱਕ ਹੈਗਾ ਆ ਖੜੇ ਹੋਣ ਲਈ। ਵੈਨਕੂਵਰ ਦੇ ਵਿੱਚ 4, 5, 6 ਮੈਯੋਰਲ ਕੈਂਡੀਡੇਟ ਹੁੰਦੇ ਹੀ ਹੁੰਦੇ। ਹਾਂਜੀ। ਸਰੀ ਦੇ ਵਿੱਚ ਵੀ 3 ਤੋਂ ਜ਼ਿਆਦਾ ਹੁੰਦੇ ਰਹੇ ਆ। ਸੋ ਮੈਂ ਤਾਂ ਕਹਿੰਦੀ ਆ ਇਟਸ ਗੁੱਡ ਫॉर ਡੈਮੋਕ੍ਰੇਸੀ ਜਦੋਂ ਲੋਕ ਪਾਰਟਿਸਿਪੇਟ ਕਰਨ, ਤੇ ਹਰੇਕ ਨੇ ਆਪੋ ਆਪਣਾ ਪੱਖ ਮੂਹਰੇ ਰੱਖਣਾ ਆ। ਹਾਂਜੀ। ਐਂਡ ਤੇ ਜਾ ਕੇ ਵੋਟਰਸ ਵਿਲ ਚੂਜ਼। ਜੀ। ਮੈਂ ਕਹਿੰਦੀ ਹੁੰਦੀ ਆ ਇੱਕੋ ਹੀ ਜਿਹੜੀ ਕਹਿੰਦੇ ਹੁੰਦੇ ਵੀ ਪੋਲਿੰਗ ਹੋਈ ਆ ਨਾ, ਇੱਕੋ ਪੋਲਿੰਗ ਆ ਜਿਹੜੀ ਮਾਈਨਿੰਗ ਰੱਖਦੀ ਆ, ਉਹ ਪੋਲਿੰਗ ਹੈਗੀ ਆ ਇਲੈਕਸ਼ਨ ਨਾਈਟ ਦੀ। ਤੇ ਇੱਕ ਗੱਲ ਮੈਂ ਸਿੱਖ ਲਈ ਆ, ਜਿਹੜੇ ਮੇਰੇ ਪਿਓ ਨੇ ਮੈਨੂੰ ਸਿਖਾਈ ਸੀਗੀ, ਤੇ ਜਦੋਂ ਤੁਸੀਂ ਖੜੇ ਹੁੰਦੇ ਆ ਨਾ, ਇੱਕ ਗੱਲ ਜ਼ਰੂਰ ਯਾਦ ਰੱਖਣੀ, the voters are always right. ਬਿਲਕੁਲ ਬਿਲਕੁਲ। ਇੱਕ ਚੀਜ਼ ਹੋਰ ਹੈ ਕਿ ਹੁਣ ਵੋਟਿੰਗ ਦੀ ਜੇ ਗੱਲ ਆ ਰਹੀ ਹੈ ਤਾਂ ਕਾਫੀ ਚਰਚਾ ਇਸ ਚੀਜ਼ ਦੀ ਵੀ ਜਿੰਨੀ ਜੀ ਛਿੜੀ ਹੋਈ ਹੈ ਕਿ ਕੁਰਸੀ ਤਬਦੀਲ ਹੋਵੇ ਨਾ ਹੋਵੇ, ਮੇਅਰ ਬਦਲੇ ਜਾਂ ਨਾ ਬਦਲੇ, ਵੋਟਾਂ ਦੀ ਜਿਹੜੀ ਕਟਿੰਗ ਹੈ ਐਂਡ ਤੇ ਇੰਟਰਸਟਿੰਗ ਉਹ ਰਹਿ ਜਾਣੀ ਵੀ ਕਿੰਨੀਆਂ ਵੋਟਾਂ ਭੰਨੀਆਂ, ਕਿੰਨੀਆਂ ਵੋਟਾਂ ਕੱਟ ਦਿੱਤੀਆਂ। ਤੁਹਾਨੂੰ ਕੀ ਲੱਗਦਾ? End of the day, the votes will be counted. ਜੀ। ਕਈਆਂ ਕੋ ਜ਼ਿਆਦਾ ਹੋਣਗੀਆਂ, ਕਈਆਂ ਕੋ ਘੱਟ ਹੋਣਗੀਆਂ। ਇੱਕ ਜ਼ਰੂਰ ਹੈਗਾ, ਇੱਕ ਕੰਮ ਜ਼ਰੂਰ ਆ ਵੀ ਇੱਕ ਜਾਣੇ ਨੇ ਮੇਅਰ ਬਣਨਾ ਆ, ਉਹ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ। ਮੈਂ ਤਾਂ ਚਾਹੂੰਗੀ ਵੀ ਲੋਕ ਮੈਨੂੰ ਵੋਟ ਪਾ ਕੇ ਮੇਅਰ ਬਣਾਉਣ, ਪਰ ਇਹ ਵੋਟਰਸ ਦੇ ਹੱਥ ਵਿੱਚ ਹੈਗਾ ਆ। ਤੇ ਬਾਕੀ ਜਿਹੜਾ ਵੀ ਆਪਾਂ ਗੱਲ ਕਰਦੇ ਦੀ ਆ ਵੋਟ ਸਪਲਿਟਿੰਗ ਦਿਸ ਉਹ ਦੱਸ, ਉਹਦਾ ਮੈਂ ਬੜਾ ਬਲੀਫ ਨਹੀਂ ਕਰਦੀ, ਕਿਉਂਕਿ ਚੋਇਸ ਹੋਣੀ ਚਾਹੀਦੀ ਆ। ਹੁਣ ਅਸੀਂ ਸਿਟੀ ਕਾਉਂਸਲ ਵੱਲ ਦੇਖ ਲਈਏ, 2 ਸਾਈਲੋਜ਼ ਬਣੇ ਪਏ ਆ, ਇੱਕ ਦੂਸਰੇ ਦੇ ਉੱਪਰ ਤੀਰ ਚਲਾ ਰਹੇ ਆ। ਸਰੀ ਦਾ ਕੰਮ, ਸਿਟੀ ਦਾ ਕੰਮ, ਲੋਕਾਂ ਦਾ ਕੰਮ ਇੱਥੇ ਪਾਸੇ ਤੇ ਪਏ ਆ। ਸੋ ਇਸ ਕਰਕੇ ਆਪਾਂ ਨੂੰ ਨਾ ਮੈਂ ਡਰਦੀ ਆ, ਜਿੰਨੇ ਮਰਜ਼ੀ ਆ ਜਾਓ, ਜਿੰਨੇ ਮਰਜ਼ੀ ਖੜੇ ਹੋਣ, ਐਂਡ ਤੇ ਜਾ ਕੇ ਜਿਹੜੇ ਵੋਟਰ ਆ ਉਹਨਾਂ ਦਾ ਹੱਕ ਹੈਗਾ ਆ। ਦੇਖੋ, ਜੇ ਤੁਸੀਂ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਵਿੱਚ ਬਿਲੀਵ ਕਰਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਹਿਸਟਰੀ ਵੀ ਪੜ੍ਹਾਈ ਆ, ਰਾਈਟ? ਫਿਰ ਤੁਹਾਨੂੰ ਡੈਮੋਕ੍ਰੇਸੀ ਜਿਹੜੇ ਵੋਟਰ ਹੈਗਾ ਆ ਉਹ ਜੋ ਫੈਸਲਾ ਲੈਣ ਉਹਨੂੰ ਮੰਨਣਾ ਪੈਣਾ ਹੈ। ਇਹ ਨਹੀਂ ਰੋ ਕੇ, ਹੱਸ ਕੇ। ਬਿਲਕੁਲ। ਹਾਰ ਜਿੱਤ ਹੁੰਦੀ ਰਹਿੰਦੀ ਆ, ਜੇ ਤੁਸੀਂ ਆਪਣੇ ਅਸੂਲਾਂ ਤੇ ਖੜੇ ਆ, ਸਹੀ ਪਲੇਟਫਾਰਮ ਤੁਹਾਡਾ ਖੜਾ ਆ, ਵੀ ਤੁਹਾਡੀ ਟੀਮ ਤੁਹਾਡੇ ਨਾਲ ਸਹੀ ਆ, ਫਿਰ ਹਾਰ ਵਿੱਚ ਵੀ ਤੁਹਾਡੀ ਜਿੱਤ ਹੀ ਹੁੰਦੀ ਆ। ਤੇ ਜੇ ਤੁਸੀਂ ਗਲਤ ਕੰਮ ਕਰਕੇ ਜਿੱਤੇ ਆ, ਫਿਰ ਤੁਹਾਡੀ ਜਿੱਤ ਵਿੱਚ ਵੀ ਤੁਹਾਡੀ ਹਾਰ ਹੀ ਆ। ਬਿਲਕੁਲ। ਸੋ ਮੈਨੂੰ ਤਾਂ ਇਹੋ ਹੀ ਹੁੰਦਾ ਆ, ਰਨ ਅ ਕਲੀਨ ਕੈਂਪੇਨ, focus on the issues, give the voters a choice, and inspire the voters to come out and vote. Inspire them, not scare them, inspire them. And I can tell you that from my perspective, we all, every one of us need to engage is municipal election ਵਿੱਚ, ਕਿਉਂਕਿ ਸਰੀ ਹੁਣ ਉਸ ਮੋੜ ਤੇ ਖੜੀ ਆ। We have to
take it forward. ਜੀ ਜਿਨੀ ਜੀ ਇੱਕ ਲਾਈਨ ਦੇ ਵਿੱਚ ਸਿਰਫ ਆਖੀਰ ਦੇ ਵਿੱਚ ਵਾਈਂਡ ਅਪ ਕਰਨ ਲੱਗੇ ਆਪਾਂ ਸ਼ੋਅ ਨੂੰ, ਆਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਲੰਬਾ ਚੌੜਾ ਤਜਰਬਾ ਸਿਆਸਤ ਦੇ ਵਿੱਚ ਲੋਕ ਤੁਹਾਡਾ ਦੇਖ ਚੁੱਕੇ ਨੇ, ਬਤੌਰ ਟੀਚਰ ਤੁਹਾਡੀਆਂ ਸੇਵਾਵਾਂ ਦੇਖ ਚੁੱਕੇ ਨੇ, ਬਤੌਰ MP ਮਿਨਿਸਟਰੀ ਦੇ ਵਿੱਚ, ਬਤੌਰ MLA, ਹਰ ਮੈਨੂੰ ਲੱਗਦਾ ਬਹੁਤ ਲੰਬਾ ਚੌੜਾ ਤੁਹਾਡਾ ਤਜਰਬਾ ਹੋ ਚੁੱਕਿਆ। ਲੋਕ ਜਦੋਂ ਤੁਹਾਡੇ ਐਕਸਪੀਰੀਅੰਸ ਨੂੰ ਦੇਖਦੇ ਹੋਏ ਵੋਟ ਕਰਨਗੇ ਤਾਂ ਬੜੀਆਂ ਚੀਜ਼ਾਂ ਧਿਆਨ 'ਚ ਰੱਖਣਗੇ। ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਅਗਰ ਸਟੀਕ ਇੱਕ ਚੀਜ਼ ਜ਼ਹਿਨ 'ਚ ਰੱਖਣਗੇ ਵੋਟ ਕਰਨ ਲੱਗੇ, ਜਿਨੀ ਸਿਮਸ ਨੂੰ ਲੋਕ ਵੋਟ ਕਿਉਂ ਪਾਉਣ? ਮੇਰੇ ਕੋਲ ਬਹੁਤ ਸਾਰਾ ਐਕਸਪੀਰੀਅੰਸ ਹੈਗਾ ਡਿਫਰੈਂਟ ਲੈਵਲਸ ਆਫ ਗਵਰਨਮੈਂਟ। ਸਭ ਤੋਂ ਜ਼ਿਆਦਾ ਮੇਰਾ ਐਕਸਪੀਰੀਅੰਸ ਇਹ ਹੈਗਾ ਵੀ ਮੈਂ ਲੜਨ ਨੂੰ ਤਿਆਰ ਹਾਂ, ਸਰੀ ਲਈ ਲੜੂੰਗੀ, ਬੇਸ਼ੱਕ ਦੀ ਪ੍ਰੋਵਿੰਸ ਨਾਲ, ਫੈਡਰਲ ਨਾਲ, ਪਰ ਪ੍ਰੈਗਮੈਟਿਕਲੀ ਸਰੀ ਦੇ ਹੱਕਾਂ ਲਈ ਲੜੂੰਗੀ, ਸਰੀ ਵਿੱਚ ਸੁਧਾਰ ਲਿਆ ਕੇ ਆਉਣ ਨੂੰ ਲੜੂੰਗੀ। ਪਰ ਮੇਰੇ ਵਿੱਚ ਉਹ ਹੈਗਾ ਆ ਪ੍ਰੈਗਮੈਟਿਜ਼ਮ, ਜਿਹਦੇ ਨਾਲ ਮੈਂ ਸਮਝੌਤਾ ਵੀ ਕਰ ਸਕਦੀ ਹਾਂ, ਜਿਹਦੇ ਨਾਲ ਸੋਲੂਸ਼ਨ ਵੀ ਲੱਭ ਸਕਦੀ ਹਾਂ। ਬੇਸ਼ੱਕ ਦੀ ਗੋਰਡਨ ਕੈਂਪਬੈਲ ਦੀ ਸਰਕਾਰ ਦੀ ਉਦੋਂ ਇੰਨਾ ਭਾਰਾ ਉਹਨਾਂ ਦੇ MLA ਸੀਗੇ, ਉਹਨਾਂ ਦੇ ਨਾਲ ਲੜਾਈ ਵੀ ਕੀਤੀ ਤੇ ਮਗਰੋਂ ਬੈਠ ਕੇ ਸਮਝੌਤਾ ਵੀ ਕੀਤਾ ਤੇ ਰੈਜ਼ੋਲੂਸ਼ਨ ਵੀ ਲੱਭਿਆ। ਜਿਹੜੇ ਅਹੁਦੇ ਮੈਂ ਕੁਰਸੀਆਂ ਮੈਂ ਸੰਭਾਲੀਆਂ ਆ ਪਿਛਲੀ ਲਾਈਫ ਦੇ ਵਿੱਚ, ਇਸ ਲਾਈਫ ਦੇ ਵਿੱਚ, ਉਹਨਾਂ ਦੇ ਵਿੱਚ ਮੈਨੂੰ ਬਹੁਤ ਸਾਰੇ ਡਿਫਰੈਂਟ ਲੋਕਾਂ ਦੇ ਨਾਲ ਮਿਲਣਾ ਜੁੜਨਾ ਪਿਆ ਤੇ ਸਮਝੌਤੇ ਕਰਨੇ ਪਏ ਟੂ ਬਿਲਡ ਅ ਟੀਮ। ਇਹ ਮੇਰਾ ਸਟਰੈਂਥ ਹੈਗਾ ਆ, ਹਾਊ ਟੂ ਬਿਲਡ ਅ ਟੀਮ, ਹਾਊ ਟੂ ਵਰਕ ਟੁਗੇਦਰ, and I am good at listening and hearing what people have to say, and I believe together all of us in Surrey can have the Surrey we want and the ones our children can be proud of. ਥੈਂਕ ਯੂ ਸੋ ਮਚ ਜਿਨੀ ਸਿਮਸ, ਤੁਸੀਂ ਸਟੂਡੀਓ ਦੇ ਵਿੱਚ ਆਏ ਔਰ ਬਹੁਤ ਸਾਰੇ ਸਵਾਲਾਂ ਦੀ ਜਿਹੜੀ ਲੜੀ ਸੀਗੀ ਉਹਦੇ ਬਾਰੇ ਬੜੀ ਬੇਬਾਕੀ ਦੇ ਨਾਲ ਐਜ਼ ਯੂਜੂਅਲ ਹਮੇਸ਼ਾ ਹੀ ਤਰ੍ਹਾਂ ਤੁਸੀਂ ਗੱਲਬਾਤ ਕੀਤੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸੋ ਜਿਨੀ ਸਿਮਸ ਨਾਲ ਤਾਂ ਹੋ ਚੁੱਕੀਆਂ ਨੇ ਬਹੁਤ ਸਾਰੀਆਂ ਗੱਲਾਂ, ਡਿਵੈਲਪਮੈਂਟ ਦਾ ਉਹਨਾਂ ਦੇ ਕੋਲ ਕੀ ਖਾਕਾ ਤਿਆਰ ਹੈ, ਕਿਹੜਾ ਪਲੈਟਫਾਰਮ ਉਹ ਇੱਥੇ ਸਿਰਜਣਾ ਚਾਹੁੰਦੇ ਨੇ, ਕੀ ਸਰੀ ਦੇ ਲਈ ਉਹਨਾਂ ਦੀ ਪਲੈਨਿੰਗ ਹੈ, ਸਿਟੀ ਦੇ ਵਿੱਚ ਕਿਹੜੀਆਂ ਡਿਵੈਲਪਮੈਂਟ, ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਆਮ ਲੋਕਾਂ ਦੇ ਨਾਲ ਜੁੜੀਆਂ ਕਿਹੜੀਆਂ ਸਹੂਲਤਾਂ ਨੇ, ਉਹ ਵੀ ਉਹਨਾਂ ਨੇ ਬੜੀ ਹੀ ਬਾਰੀਕੀ ਦੇ ਨਾਲ ਦੱਸੀਆਂ। ਔਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਰੀ ਇਲੈਕਸ਼ਨਸ ਦੇ ਲਈ ਹੋਰ ਸਲੇਟਸ ਜਿਹੜੀਆਂ ਨੇ, ਹੋਰ ਅਨਾਊਂਸਮੈਂਟਸ ਹੋਣੀਆਂ ਨੇ। ਕੋਸ਼ਿਸ਼ ਕਰਾਂਗੇ ਹਰ ਉਮੀਦਵਾਰ ਨੂੰ ਅਸੀਂ ਇਸ ਪਲੈਟਫਾਰਮ ਤੇ ਲੈ ਕੇ ਆਈਏ, ਉਹਨਾਂ ਦੇ ਨਾਲ ਖੁੱਲ੍ਹ ਕੇ ਅਸੀਂ ਇਸ ਸੰਬੰਧੀ ਗੱਲਬਾਤ ਕਰੀਏ ਕਿ ਇਸ ਵਾਰ ਸਿਟੀ ਦੀ ਤਬਦੀਲੀ ਜਿਹੜੀ ਹੈ ਉਹ ਕਿਵੇਂ ਦੀ ਹੋਣੀ ਚਾਹੀਦੀ ਹੈ, ਤਾਂ ਕਿ ਆਮ ਲੋਕਾਂ ਨੂੰ ਵੀ ਕੁਝ ਲੱਗੇ ਕਿ ਉਹਨਾਂ ਵਾਸਤੇ ਵੀ ਕੋਈ ਮੇਅਰ ਕੁਝ ਸੋਚ ਵਿਚਾਰ ਕਰ ਰਿਹਾ। ਦੇਖਦੇ ਹਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਦੇਖਣ ਨੂੰ ਨਜ਼ਰ ਆਉਣਗੀਆਂ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।